ਮਾਇਆ ਔਰ ਮਇਆ ਦੇ ਵਿੱਚ ਮੂਲ ਅੰਤਰ ਇਹ ਹੈ ਕਿ ਮਾਇਆ ਵਿਕਾਰਾਂ ਨੂੰ ਪਕੜ ਕੇ ਰੱਖਦੀ ਹੈ ਔਰ ਮਇਆ ਨਿਰੰਕਾਰ ਨੂੰ ਪ੍ਰਾਪਤ ਕਰਨ ਵਾਸਤੇ ਤਤਪਰ ਹੈ। ਇਹਦਾ ਸਰਲ ਅਰਥ ਇਹ ਹੋਇਆ ਕਿ ਕਿਸੇ ਮਨੁੱਖ ਦੇ ਜੀਵਨ ਵਿੱਚ ਰੱਬ ਦੀ ਮਇਆ, ਉਹਦੀ ਕਿਰਪਾ ਹੈ ਤੇ ਉਹ ਰੱਬ ਦੇ ਵੱਲ ਅੱਗੇ ਵਧ ਰਿਹਾ ਹੋਵੇਗਾ। ਵਿਕਾਰਾਂ ਤੋਂ ਉਹ ਆਪਣੇ ਆਪ ਨੂੰ ਛੁਡਾ ਕੇ ਗੁਰ ਸ਼ਬਦ ਦੀ ਸਹਾਇਤਾ ਦੇ ਨਾਲ, ਗੁਰਬਾਣੀ ਦੀ ਵਿਚਾਰ ਦੇ ਨਾਲ ਉਹ ਆਪਣੇ ਆਪ ਨੂੰ ਇਹਨਾਂ ਵਿਕ੍ਰਿਤ ਦੋਸ਼ਾਂ ਤੋਂ, ਇਹਨਾਂ ਵਿਕਾਰਾਂ ਤੋਂ ਦੂਰ ਕਰੇਗਾ। ਭਾਵੇਂ ਉਹਦੀ ਇਸ ਕਿਰਿਆ ਦੀ ਗਤੀ ਮੰਦ ਨਜ਼ਰ ਆ ਰਹੀ ਹੈ, ਪਰ ਮੰਦ ਗਤੀ ਦੇ ਨਾਲ ਵੀ ਜਿਹੜਾ ਮਨੁੱਖ ਮਾਇਆ ਤੋਂ ਦੂਰ ਭੱਜ ਰਿਹਾ ਹੈ, ਭਾਵ ਮਾਇਆ ਦਾ ਪ੍ਰਭਾਵ, ਇਸ ਪ੍ਰਭਾਵ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਸਮਝ ਲੈਣਾ ਉਹਦੇ ਉੱਤੇ ਰੱਬ ਦੀ ਮਇਆ ਹੋ ਰਹੀ ਹੈ। ਪਰ ਦੂਸਰੇ ਪਾਸੇ ਜੋ ਮਾਇਆ ਵਾਲਾ ਪੱਖ ਹੈ, ਇਸ ਪੱਖ ਦੀ ਨਿਸ਼ਾਨੀ ਇਹ ਹੈ ਕਿ ਇਹ ਕਈ ਪ੍ਰਕਾਰ ਦੇ ਵਿਕਾਰਾਂ ਨੂੰ ਪਕੜ ਕੇ ਰੱਖੇਗੀ ਔਰ ਚੰਗੀ ਤਰ੍ਹਾਂ ਉਹਨਾਂ ਦੀ ਪਕੜ ਜੀਵਨ ਵਿੱਚ ਬਣਾਈ ਰੱਖੇਗੀ। ਉਹਨਾਂ ਵਿਕਾਰਾਂ 'ਚੋਂ ਸਤਿਗੁਰੂ ਜੀ ਨੇ ਅੱਜ ਸ਼ੁਰੂਆਤ ਵਿੱਚ ਲੱਭ, ਜਿਹਨੂੰ ਲੋਭ ਕਹਿੰਦੇ ਹਨ, ਉਸ ਵਿਕਾਰ ਦਾ ਸਤਿਗੁਰੂ ਜੀ ਨੇ ਵਰਣਨ ਕੀਤਾ ਹੈ। ਗੁਰੂ ਪਾਤਸ਼ਾਹ ਆਖਦੇ ਹਨ ਕਿ ਇੱਕ ਤੇ ਸਰੀਰ ਨੂੰ ਮਾਇਆ ਦੀ ਲਾਗ ਲੱਗੀ ਹੋਈ ਹੈ, ਇਹ ਤਨ ਮਾਇਆ ਪਾਹਿਆ। ਪਿਆਰੇ, ਮਾਇਆ ਦੀ ਪਾਹ ਲੱਗੀ ਹੋਈ ਹੈ। ਇਹਨੂੰ ਪਹਿਲੇ ਸਮਝ ਲਈਏ ਕਿ ਪਾਹ ਦਾ ਅਰਥ ਕੀ ਹੁੰਦਾ ਹੈ। ਜਿਸ ਵੇਲੇ ਵੀ ਕੱਪੜੇ ਨੂੰ ਰੰਗ ਝਾੜਨਾ ਹੋਵੇ ਤੇ ਕੋਰੇ ਕੱਪੜੇ ਦੇ ਉੱਤੇ ਕਦੀ ਰੰਗ ਨਹੀਂ ਚਾੜਿਆ ਜਾਂਦਾ। ਹਮੇਸ਼ਾ ਕੱਪੜੇ ਨੂੰ ਪਹਿਲਾਂ ਫਟਕਰੀ, ਨਮਕ, ਸੋਡਾ ਆਦਿ ਇਹ ਪਾਣੀ ਵਿੱਚ ਘੋਲ ਕੇ ਤੇ ਕੱਪੜੇ ਨੂੰ ਉਸ ਪਾਣੀ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਰੱਖਿਆ ਜਾਂਦਾ ਹੈ। ਇਹਦੇ ਨਾਲ ਹੁੰਦਾ ਕੀ ਹੈ, ਇਸ ਕਿਰਿਆ ਨੂੰ ਕਿਹਾ ਜਾਂਦਾ ਹੈ ਵੀ ਕੱਪੜੇ ਨੂੰ ਲਾਗ ਲਾਈ ਜਾ ਰਹੀ ਹੈ। ਹੁਣ ਫਟਕਰੀ, ਲੂਣ ਜਾਂ ਸੋਡਾ ਆਦਿ ਦੀ ਲੱਗੀ ਹੋਈ ਜਿਹੜੀ ਲਾਗ ਹੈ, ਉਹ ਕੱਪੜੇ ਦਾ ਇੱਕ ਤੇ ਕੋਰਾਪਨ ਦੂਰ ਕਰਦੀ ਹੈ। ਦੂਸਰਾ, ਇਸ ਲਾਗ ਤੋਂ ਬਾਅਦ ਜਦੋਂ ਫਿਰ ਪਾਣੀ ਦੇ ਵਿੱਚ ਰੰਗ ਘੋਲ ਕੇ ਕੱਪੜੇ ਨੂੰ ਉਸ ਰੰਗ ਦੇ ਵਿੱਚ, ਪਾਣੀ ਵਿੱਚ, ਮੱਟ ਵਿੱਚ ਪਾ ਕੇ ਰਿੰਨਿਆ ਜਾਂਦਾ ਹੈ, ਇਹ ਲਾਗ ਉਸ ਰੰਗ ਨੂੰ ਪਕੜ ਲੈਂਦੀ ਹੈ, ਛੁੱਟਣ ਨਹੀਂ ਦਿੰਦੀ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਕਿ ਮਾਇਆ ਦੀ ਲਾਗ ਤੇਰੇ ਮਨ ਨੂੰ ਲੱਗੀ ਹੋਈ ਹੈ, ਤੇਰੇ ਜੀਵਨ ਨੂੰ ਲੱਗੀ ਹੋਈ ਹੈ। ਇਹ ਲਾਗ ਹੀ ਹੈ ਜੋ ਤੇਰੇ ਜੀਵਨ ਵਿੱਚ ਵਿਕਾਰਾਂ ਨੂੰ ਛੱਡਦੀ ਨਹੀਂ ਪਈ। ਵਿਕਾਰਾਂ ਦਾ ਰੰਗ ਇਤਨਾ, ਵਿਕਾਰਾਂ ਦਾ ਪ੍ਰਭਾਵ ਇਤਨਾ ਪੱਕਾ ਤੇਰੇ ਜੀਵਨ ਉੱਤੇ ਪਿਆ ਹੋਇਆ ਹੈ। ਮਨੁੱਖ ਕਈ ਵਾਰ ਆਪਣੇ ਜੀਵਨ ਦੇ ਦੋਸ਼ਾਂ ਨੂੰ, ਵਿਕਾਰਾਂ ਨੂੰ ਪਛਾਣਨ ਦੇ ਬਾਵਜੂਦ ਵੀ ਇਹ ਆਖ ਦਿੰਦਾ ਹੈ ਕਿ ਮੈਂ ਇਹਨਾਂ ਵਿਕਾਰਾਂ ਨੂੰ ਦੂਰ ਕਰਨ ਵਿੱਚ ਅਸਮਰੱਥ ਹਾਂ, ਮੇਰੇ ਵੱਸ ਦੀ ਗੱਲ ਨਹੀਂ। ਸੱਚਮੁੱਚ ਇਹਦੇ ਵੱਸ ਦੀ ਗੱਲ ਨਹੀਂ। ਕਾਰਨ ਇਹ ਹੈ ਕਿ ਮਾਇਆ ਦੀ ਜਿਹੜੀ ਪਾਹ, ਮਾਇਆ ਦੀ ਜਿਹੜੀ ਲਾਗ ਲੱਗੀ ਹੋਈ ਹੈ ਜੀਵਨ ਨੂੰ, ਉਹ ਇਹਨਾਂ ਵਿਕਾਰਾਂ ਨੂੰ ਨਹੀਂ ਛੱਡਦੀ। ਭਾਵੇਂ ਸੋਚ ਵਿੱਚ ਹੈ ਕਿ ਇਹ ਰੰਗ ਉਤਰ ਜਾਏ ਵਿਕਾਰਾਂ ਦਾ, ਪਰ ਅਸਲ ਦੇ ਵਿੱਚ ਇਸ ਸੋਚ ਨੂੰ ਜਦ ਤੱਕ ਕੋਈ ਅਮਲ ਨਹੀਂ ਬਣਾਉਂਦਾ, ਉਦੋਂ ਤੱਕ ਯਾਦ ਰੱਖਣਾ ਜੀਵਨ ਵਿੱਚ ਪਰਿਵਰਤਨ ਨਹੀਂ ਆਉਂਦਾ। ਤੇ ਇਸ ਪ੍ਰਕਾਰ ਦਾ ਜਿਹੜਾ ਜੀਵਨ ਹੈ, ਸਤਿਗੁਰੂ ਕਹਿੰਦੇ ਕਿ ਉਹ ਸਵਾਮੀ ਕੰਤ ਨੂੰ ਚੰਗਾ ਲੱਗੇਗਾ। ਗੁਰੂ ਸਾਹਿਬ ਕਹਿੰਦੇ ਨਹੀਂ, ਮੇਰੇ ਕੰਤ ਨਾ ਭਾਵੈ ਚੋਲੜਾ, ਪਿਆਰੇ ਕਿਉਂ ਧਨ ਸੇਜੈ ਜਾਏ। ਇੱਕ ਤੇ ਜੀਵ ਇਸਤਰੀ ਦਾ ਸਰੀਰ ਜਿਸ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ,
ਔਰ ਮਾਇਆ ਦਾ ਕਿਹੜਾ ਇੱਥੇ ਵਿਕਾਰ ਲੈਣਾ ਹੈ ਜਿਹਨੂੰ ਮੋਹ ਕਹਿੰਦੇ ਹਾਂ, ਕਿਉਂਕਿ ਮੋਹ ਸਭ ਨੂੰ ਪਕੜ ਕੇ ਰੱਖਦਾ ਹੈ। ਤਾਂ ਸਰਲ ਅਰਥ ਬਣ ਜਾਣਗੇ ਕਿ ਮਾਇਆ ਦੇ ਮੋਹ ਦੀ ਲਾਗ ਲੱਗੀ ਹੋਈ ਹੈ ਸਾਡੇ ਜੀਵਨ ਨੂੰ, ਸਾਡੇ ਸਰੀਰ ਨੂੰ। ਤਨ ਦਾ ਅਰਥ ਜੀਵਨ ਲੈਣਾ ਹੈ। ਤੇ ਉਤੋਂ ਸਤਿਗੁਰੂ ਕਹਿੰਦੇ ਲੀਤੜਾ ਲੱਭ ਰੰਗਾਏ। ਇਹਨੂੰ ਲੱਭ ਵਿੱਚ, ਇਹਨੂੰ ਲੋਭ ਵਿੱਚ, ਲੋਭ ਨਾਲ ਇਹਨੂੰ ਜੀਵ ਇਸਤਰੀ ਨੇ ਰੰਗਾ ਵੀ ਲਿਆ ਹੈ। ਉੱਤੇ ਲੋਭ ਦਾ ਰੰਗ ਚੜਿਆ ਹੋਇਆ ਹੈ। ਭਾਵ ਕਿ ਮਨੁੱਖ ਦੇ ਜੀਵਨ ਵਿੱਚ ਮੋਹ ਔਰ ਲੋਭ ਇਹ ਦੋਵੇਂ ਵਿਕਰਤੀਆਂ ਹਨ। ਮਾਇਆ ਦੀ ਲਾਗ ਨੇ ਲੋਭ ਦੇ ਰੰਗ ਨੂੰ ਪਕੜਿਆ ਹੋਇਆ ਹੈ। ਔਰ ਨਾ ਕੇਵਲ ਲੋਭ ਬਲਕਿ ਹਰ ਵਿਕਾਰ ਨੂੰ ਮਾਇਆ ਦੀ ਲਾਗ ਪਕੜਦੀ ਹੈ। ਸਤਿਗੁਰੂ ਨੇ ਕਿਉਂਕਿ ਸ਼ਬਦ ਰੰਗਾਏ ਵਰਤਿਆ ਹੈ, ਰੰਗ ਨਾਲ ਜੁੜਿਆ ਹੋਇਆ ਹੈ। ਯਾਦ ਰੱਖਣਾ, ਲੋਭ ਵੇਖਣ ਵਿੱਚ ਔਰ ਵਰਤਣ ਵਿੱਚ ਬੜਾ ਰੰਗਮਈ ਲੱਗਦਾ ਹੈ। ਵਿਕਾਰ ਜਿਤਨੇ ਹਨ ਸਾਰਿਆਂ ਦੇ ਆਪਣੇ ਆਪਣੇ ਰੰਗ ਹਨ, ਚਮਕ ਹੈ। ਨਾ ਹੁੰਦੀ ਤੇ ਮਨੁੱਖ ਇਹਦੇ ਵੱਲ ਆਕਰਸ਼ਿਤ ਹੀ ਨਾ ਹੁੰਦਾ। ਸੰਤੁਸ਼ਟੀ ਵੀ ਹੈ ਕਿਸੇ ਹੱਦ ਤੱਕ, ਪਰ ਸੰਤੋਖ ਨਹੀਂ ਹੈ। ਯਾਦ ਰੱਖਣਾ, ਸੰਤੁਸ਼ਟੀ ਅਲਪਕਾਲੀਨ ਹੈ, ਇਹਨਾਂ ਵਿਕਾਰਾਂ ਚੋਂ ਪ੍ਰਾਪਤ ਹੋਈ, ਸਦੀਵੀ ਬਿਲਕੁਲ ਵੀ ਨਹੀਂ। ਇੱਕ ਬੰਦਾ ਲੋਭੀ ਹੈ, ਮੰਨ ਲਓ। ਅੱਗੇ ਮੈਂ ਬੇਨਤੀ ਕੀਤੀ ਸੀ, ਹਰ ਵਿਕਾਰ ਦੀ ਆਪਣੀ ਇੱਕ ਉਮਰ ਹੁੰਦੀ ਹੈ। ਹਰ ਵਿਕਾਰ ਦੀ ਉਮਰ ਹੈ, ਹਰ ਵਿਕਾਰ ਦੀ ਇੱਕ ਮਿਆਰ ਹੈ। ਸਭ ਤੋਂ ਛੋਟੀ ਉਮਰ ਹੈ ਕਾਮ ਦੀ। ਜਦੋਂ ਕਾਮ ਦਾ ਵੇਗ ਮਨੁੱਖ ਦੇ ਉੱਤੇ ਆਉਂਦਾ ਹੈ ਤੇ ਮਨੁੱਖ ਜਦੋਂ ਕਾਮ ਕਿਰਿਆ ਕਰਦਾ ਹੈ ਤੇ ਕਾਮ ਦਾ ਵਿਕਾਰ ਜਿਉਂ ਪੂਰਾ ਹੁੰਦਾ ਹੈ, ਬਸ ਇਹ ਖਤਮ ਹੋ ਗਈ ਗੱਲ। ਸਭ ਤੋਂ ਛੋਟੀ ਉਮਰ ਕਾਮ ਦੀ ਹੈ। ਕਾਮ ਤੋਂ ਬਾਅਦ ਆਉਂਦਾ ਹੈ ਕ੍ਰੋਧ। ਹੋ ਸਕਦਾ ਹੈ 1 ਘੰਟਾ ਕ੍ਰੋਧ ਆਵੇ ਕਿਸੇ ਤੇ, 2 ਘੰਟੇ ਆਵੇ, 2-4 ਦਿਨ ਆ ਜਾਵੇ। ਕਈ ਵਾਰ ਕੁਝ ਮਹੀਨੇ ਕ੍ਰੋਧ ਕਰ ਲੋਗੇ ਤੁਸੀਂ, ਫਿਰ ਆਖਰ ਤੁਸੀਂ ਉਸੇ ਤਰ੍ਹਾਂ ਹੋ ਜਾਓਗੇ। ਪਰ ਮੂਲਤಃ ਜਿਹੜਾ ਕ੍ਰੋਧ ਹੈ ਇਹ ਵੀ ਕੁਝ ਦੇਰ ਲਈ ਸਵਾਰ ਹੁੰਦਾ ਹੈ ਮਨੁੱਖ ਦੇ ਉੱਤੇ, ਔਰ ਚੰਗੀ ਤਰ੍ਹਾਂ ਇਸ ਜੀਵ ਦਾ ਸ਼ੋਸ਼ਣ ਕਰਕੇ, ਵਿਨਾਸ਼ ਕਰਕੇ ਫਿਰ ਉਤਰ ਜਾਂਦਾ ਹੈ। ਫਿਰ ਜੀਵਨ 'ਚ ਬਚਦਾ ਹੈ ਸਿਰਫ ਪਛਤਾਵਾ। ਕਾਮ ਜਦੋਂ ਉਤਰਦਾ ਹੈ ਤਾਂ ਵੀ ਜੀਵਨ 'ਚ ਗਲਾਨੀ ਬਚਦੀ ਹੈ। ਯਾਦ ਰੱਖਣਾ, ਕ੍ਰੋਧ ਉਤਰਦਾ ਹੈ ਤੇ ਜੀਵਨ ਵਿੱਚ ਪਛਤਾਵਾ ਬਚਦਾ ਹੈ। ਇਹ ਦੋ ਵਿਕਾਰ ਤੇ ਸਵਾਰ ਹੁੰਦੇ ਹਨ, ਉਤਰਦੇ ਹਨ, ਹੁੰਦੇ ਹਨ, ਉਤਰਦੇ ਹਨ। ਲੋਭ, ਮੋਹ ਤੇ ਹੰਕਾਰ ਇਹ ਸਾਰੀ ਜ਼ਿੰਦਗੀ ਤਕਰੀਬਨ ਨਾਲ ਚੱਲਦੇ ਹਨ। ਮੈਂ ਬੇਨਤੀ ਕੀਤੀ ਸੀ, ਲੋਭ ਮਨੁੱਖ ਦੇ ਅੰਦਰ ਜਦੋਂ ਆਉਂਦਾ ਹੈ ਤੇ ਲੋਭ ਇੱਕ ਦਿਨ ਲਈ ਨਹੀਂ ਆਉਂਦਾ, ਲੋਭ ਸਾਰੀ ਜ਼ਿੰਦਗੀ ਲਈ ਹੈ। ਔਰ ਕੇਵਲ ਆਪਣੀ ਜ਼ਿੰਦਗੀ ਲਈ ਨਹੀਂ, ਆਪਣੇ ਤੋਂ ਬਾਅਦ ਵਾਲਿਆਂ ਵਾਸਤੇ ਵੀ ਮਨੁੱਖ ਬਹੁਤ ਕੁਝ ਸੋਚਦਾ ਹੈ। ਜਿਹੜਾ ਮੋਹ ਹੈ, ਮੋਹ ਸਾਰੀ ਜ਼ਿੰਦਗੀ ਅੰਤਲੇ ਸਵਾਸ ਤੱਕ ਰਹਿੰਦਾ ਹੈ। ਔਰ ਇਹਦੀ ਨਿਸ਼ਾਨੀ ਹੈ, ਮੋਹ ਹੈ ਘਰ ਦਾ, ਪਰਿਵਾਰ ਦਾ, ਧਨ ਦਾ। ਇਸੇ ਕਰਕੇ ਇਹ ਮੋਹ ਸਾਨੂੰ ਆਖਰੀ ਸਵਾਸਾਂ ਵਿੱਚ ਵੀ ਅਗਰ ਘਰ ਦਾ ਸਿਮਰਨ ਕਰਾਏਗਾ ਤੇ ਭਗਤ ਤ੍ਰਿਲੋਚਨ ਜੀ ਕਹਿੰਦੇ ਮਨੁੱਖ ਪ੍ਰੇਤ ਬਣੇਗਾ। ਅਗਰ ਬੱਚਿਆਂ ਦਾ ਸਿਮਰਨ ਕਰਾਏਗਾ ਮੋਹ ਤੇ ਮਨੁੱਖ ਸੂਰ ਬਣੇਗਾ। ਸ਼ੂਕਰ ਜੋਨ ਇਹਨੂੰ ਕਿਹਾ ਹੈ, ਵਲ ਵਲ ਅਵਤਰ ਹੈ। ਪ੍ਰੇਤ ਜੋਨ ਵਲ ਵਲ ਅਵਤਰ ਹੈ। ਅਗਰ ਇਹ ਧਨ ਦਾ ਸਿਮਰਨ ਕਰੇਗਾ ਸਿਰਫ ਮੋਹ ਤੇ ਸਰਪ ਜੋਨ ਸੱਪ ਬਣੇਗਾ। ਵਾਰ ਵਾਰ, ਇੱਕ ਵਾਰ ਨਹੀਂ, ਵਾਰ ਵਾਰ। ਔਰ ਇਸੇ ਪ੍ਰਕਾਰ ਇਸਤਰੀ ਸਿਮਰੇ ਵੇਸਵਾ ਜੋਨ ਵਲ ਵਲ ਅਵਤਰ ਹੈ, ਜਿਹਦੇ ਅੰਦਰ ਕਾਮ ਆ ਜਾਏਗਾ। ਪਰ ਕਹਿੰਦੇ ਜਿਹੜਾ ਕਿਧਰੇ ਕਿਰਪਾ ਹੋ ਜਾਵੇ ਕਿਸੇ ਤੇ, ਮਾਇਆ ਤੋਂ ਤੇ ਮਾਇਆ ਵਾਲਾ ਪੱਖ ਆ ਜਾਵੇ, ਉਹ ਅਗਰ ਨਾਰਾਇਣ ਨੂੰ ਸਿਮਰ ਲਵੇ, ਭਗਤ ਜੀ ਕਹਿੰਦੇ ਉਹ ਮੁਕਤ ਹੋ ਜਾਏਗਾ। ਉਹ ਮੁਕਤੀ ਨੂੰ ਵੀ ਪ੍ਰਾਪਤ ਹੋ ਸਕਦਾ ਹੈ। ਪਰ ਗੱਲ ਚੱਲ ਰਹੀ ਹੈ ਕਿ ਮੋਹ ਦੀ, ਔਰ ਮੋਹ ਸਾਰੀ ਜ਼ਿੰਦਗੀ ਅੰਤਲੇ ਸਵਾਸਾਂ ਤੱਕ ਮਨੁੱਖ ਦੇ ਉੱਤੇ ਪ੍ਰਭਾਵ ਪਾਈ ਰੱਖਦਾ ਹੈ। ਔਰ ਹੰਕਾਰ ਕੇਵਲ ਇਸ ਜਨਮ ਨਹੀਂ,
ਅਗਲੇ ਜਨਮ ਵੀ ਨਾਲ ਜਾਉਂਦਾ ਹੈ। ਸਿਆਣਿਆਂ ਦਾ ਮਤ ਹੈ ਕਿ ਹੰਕਾਰ ਉਹ ਐਬ ਹੈ, ਉਹ ਬਿਮਾਰੀ ਹੈ, ਹਉਮੈ ਉਹ ਬਿਮਾਰੀ ਹੈ। ਮਨੁੱਖ ਦੇ ਸਰੀਰ ਵਿੱਚ ਵੱਡੇ ਤੋਂ ਵੱਡਾ ਰੋਗ ਹੋਵੇ, ਇਹਦੇ ਜਰਾਸੀਮ ਹੁੰਦੇ ਹਨ, ਕੀਟਾਣੂ ਜਿਹਨੂੰ ਕਹਿੰਦੇ ਹੋ, ਵਾਇਰਸ, ਬੈਕਟੀਰੀਆ, ਇਹ ਛੋਟੇ ਛੋਟੇ ਜਿਹੇ ਬਿਨਾਂ ਜਿਹੜੇ ਵੇਖੇ ਵੀ ਨਹੀਂ ਜਾ ਸਕਦੇ ਖੁਰਦਬੀਨਾਂ ਦੇ ਬਗੈਰ। ਅਤੇ ਜਿਸ ਵੇਲੇ ਉਪਚਾਰ ਹੁੰਦਾ ਹੈ ਉਹਨਾਂ ਜਰਾਸੀਮਾਂ ਨੂੰ, ਉਹਨਾਂ ਕੀਟਾਣੂਆਂ ਨੂੰ ਹੀ ਤਾਂ ਖਤਮ ਕਰਦੀ ਹੈ ਦਵਾਈ, ਜੋ ਰੋਗ ਪੈਦਾ ਕਰ ਰਹੇ ਸਨ, ਜੋ ਰੋਗ ਦੇ ਕੈਰੀਅਰਸ ਬਣੇ ਹੋਏ ਸਨ, ਜਿਨ੍ਹਾਂ ਕਰਕੇ ਰੋਗ ਸੀ। ਪਰ ਕਈ ਵਾਰ ਬੰਦਾ ਖਤਮ ਹੋ ਜਾਂਦਾ ਹੈ, ਅੰਦਰ ਦਾ ਰੋਗ ਖਤਮ ਨਹੀਂ ਹੁੰਦਾ। ਫਿਰ ਉਹ ਸਰੀਰ ਜਿਹੜਾ ਹੈ, ਉਸ ਸਰੀਰ ਨੂੰ ਖਾਕ ਕਰ ਦਿੰਦੀ ਹੈ ਚਿਤਾ ਦੀ ਅੱਗ। ਜਿਤਨੇ ਮਰਜ਼ੀ ਅੰਦਰ ਜਰਾਸੀਮ ਹੋਣ, ਕੀਟਾਣੂ ਹੋਣ ਰੋਗਾਂ ਦੇ, ਚਿਖਾ ਦੀ ਅੱਗ ਵਿੱਚ ਸਾਰੇ ਖਤਮ ਹੋ ਜਾਂਦੇ ਹਨ। ਸਿਆਣੇ ਕਹਿੰਦੇ ਹਨ ਹੰਕਾਰ ਚਿਤਾ ਦੀ ਅੱਗ ਵਿੱਚ ਵੀ ਨਹੀਂ ਸੜਦਾ, ਇਹ ਅੱਗੇ ਜਾਂਦਾ ਹੈ ਔਰ ਅੱਗੋਂ ਫਿਰ ਵਾਪਸ ਆਉਣ ਦਾ ਕਾਰਨ ਬਣਦਾ ਹੈ। ਹੰਕਾਰ ਨੂੰ ਇੰਝ ਸਮਝ ਲੈਣਾ, ਚਿਤਾ ਦੀ ਅੱਗ ਵੀ ਨਹੀਂ ਸਾੜ ਸਕਦੀ। ਲੋਭ ਮੁੱਕ ਜਾਏਗਾ ਕਿਉਂਕਿ ਸਰੀਰ ਮੁੱਕ ਗਿਆ ਹੈ, ਹੁਣ ਕਿਹਦੇ ਲਈ ਕਰੇਗਾ। ਕਾਮ ਮੁੱਕ ਗਿਆ, ਇੱਕ ਮੁਰਦਾ ਕੀ ਕ੍ਰੋਧ ਕਰੇਗਾ, ਕ੍ਰੋਧ ਖਤਮ ਹੋ ਗਿਆ। ਮੋਹ ਵੀ ਮੁੱਕ ਗਿਆ ਹੈ, ਪਰ ਅਹਮ ਨਹੀਂ ਮੁੱਕਦਾ, ਯਾਦ ਰੱਖਣਾ। ਅਹਮ ਉਹ ਵਿਚਾਰ ਹੈ ਜਿਹੜੀ ਨਾਲ ਅੱਗੇ ਜਾਂਦੀ ਹੈ, ਇਹਨੂੰ ਕਹਿੰਦੇ ਕੈਰੀ ਫਾਰਵਰਡ ਹੁੰਦੀ ਹੈ, ਅਤੇ ਫਿਰ ਵਾਪਸ ਜੋਨੀਆਂ ਦੇ ਚੱਕਰ ਵਿੱਚ ਆਉਣ ਦਾ ਇੱਕ ਕਾਰਨ ਬਣਦੀ ਹੈ। ਇਸ ਲਈ ਸਤਿਗੁਰੂ ਜੀ ਸਮਝਾਉਂਦੇ ਹਨ ਬਾਣੀ ਦੇ ਵਿੱਚ ਕਿ ਐਸਾ ਜਿਹੜਾ ਚੋਲੜਾ ਹੈ, ਐਸਾ ਜਿਹੜਾ ਭੈੜਾ ਜੀਵਨ ਹੈ, ਇਹ ਉਸ ਕੰਤ ਨੂੰ, ਉਸ ਪਿਆਰੇ ਪ੍ਰਭੂ ਪਤੀ ਨੂੰ ਚੰਗਾ ਨਹੀਂ ਲੱਗਦਾ। ਤੇ ਦੱਸੋ ਕਿਉਂ, ਕਿਵੇਂ ਧਨ ਜੀਵ ਇਸਤਰੀ ਸੇਜੈ ਜਾਏ, ਰੱਬ ਦੀ ਸੇਜ ਤੇ ਜਾਵੇ, ਰੱਬ ਦੇ ਨਾਲ ਮਿਲ ਸਕੇ, ਰੱਬ ਇਹਨੂੰ ਗਲਵਕੜੀ ਨਾਲ ਲਾਵੇ ਨਹੀਂ। ਕਿਉਂ? ਕਿਉਂਕਿ ਇਹਦਾ ਜੀਵਨ ਵਿਕਾਰਾਂ ਦੇ ਨਾਲ ਰੰਗਿਆ ਹੋਇਆ ਹੈ ਔਰ ਸਾਰੇ ਵਿਕਾਰਾਂ ਨੂੰ ਪਕੜ ਕੇ ਬੈਠੀ ਹੈ ਮਾਇਆ, ਜਿਹਦੀ ਲਾਗ ਲੱਗੀ ਹੋਈ ਹੈ। ਔਰ ਮਾਇਆ ਕੀ ਹੈ? ਇੱਕ ਸ਼ਬਦ ਆ ਸਮਝ ਲੈਣਾ ਬੜੇ ਧਿਆਨ ਨਾਲ ਤੁਸੀਂ ਜੀ। ਤੁਹਾਨੂੰ ਸਰਲ ਅਰਥਾਂ ਵਿੱਚ ਰੱਬ ਦੇ ਸਿਮਰਨ ਦਾ ਅਭਾਵ ਮਾਇਆ ਹੈ। ਜਦੋਂ ਕੋਈ ਸਰਲ ਅਰਥਾਂ ਵਿੱਚ ਪੁੱਛੇ ਵੀ ਮਾਇਆ ਕੀ ਹੈ, ਧਨ ਮਾਇਆ ਨਹੀਂ ਹੈ, ਪਰਿਵਾਰ ਮਾਇਆ ਨਹੀਂ ਹੈ, ਦੌਲਤ ਮਾਇਆ ਨਹੀਂ ਹੈ, ਸਰੀਰ ਮਾਇਆ ਨਹੀਂ ਹੈ, ਇਹ ਸਭ ਕੁਝ ਹੈ, ਲੇਕਿਨ ਰੱਬ ਦਾ ਸਿਮਰਨ ਨਹੀਂ ਹੈ, ਇਹ ਮਾਇਆ ਹੈ। ਆਪ ਜੀ ਨੇ ਇਹ ਸ਼ਬਦ ਵੀ ਸਰਵਨ ਕੀਤਾ ਹੈ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਜੈਤ ਸ੍ਰੀ ਕੀ ਵਾਰ। ਮਨ ਇੱਛੇ ਸੁਖ ਮਾਣਦਾ ਕਿਛ ਨਹਿ ਵਿਸੂਰੇ, ਪਰ ਮਾਇਆ ਕੀਸੀ ਸੋ ਪ੍ਰਭ ਚਿਤ ਨਾ ਆਵਈ। ਧਨ ਉਦੋਂ ਮਾਇਆ ਬਣਦਾ ਹੈ ਜਦੋਂ ਧਨ ਕਰਕੇ ਸਿਮਰਨ ਦਾ ਅਭਾਵ ਹੋਣ ਲੱਗੇ। ਹਰ ਉਹ ਚੀਜ਼ ਮਾਇਆ ਹੈ ਜਿਸ ਕਰਕੇ ਸਿਮਰਨ ਦਾ ਅਭਾਵ ਹੋਣ ਲੱਗੇ। ਔਰ ਸਿਮਰਨ ਦਾ ਅਭਾਵ, ਜਿਵੇਂ ਸਰੀਰ ਨੂੰ ਸਵਾਸਾਂ ਦਾ ਅਭਾਵ ਹੋਵੇ ਤੇ ਸਰੀਰ ਮ੍ਰਿਤਿੂ ਦੇ ਨਿਕਟ ਪਹੁੰਚਦਾ ਹੈ, ਸਿਮਰਨ ਦਾ ਅਭਾਵ ਮਨ ਨੂੰ, ਜੀਵ ਨੂੰ ਆਤਮਿਕ ਮੌਤ ਦੇ ਨੇੜੇ ਲੈ ਕੇ ਜਾਂਦਾ ਹੈ। ਆਖਾਂ ਜੀਵਾਂ, ਅੱਗੇ ਕਹਿੰਦੇ ਵਿਸਰੈ ਮਰ ਜਾਉ। ਇਸ ਲਈ ਸਰਲ ਅਰਥਾਂ ਵਿੱਚ ਇਹ ਸਮਝ ਲੈਣਾ ਕਿ ਮਾਇਆ ਕੀ ਹੈ। ਧਨ ਨਹੀਂ ਹੈ ਮਾਇਆ, ਤਨ ਵੀ ਮਾਇਆ ਨਹੀਂ ਹੈ, ਗ੍ਰਹਿ, ਦੌਲਤ, ਸੰਪਤ, ਰਥ, ਅਸਵਾਰੀਆਂ, ਇਹ ਮਾਇਆ ਨਹੀਂ ਹੈ। ਸਿਮਰਨ ਦਾ ਅਭਾਵ ਮਾਇਆ ਹੈ। ਰੱਬ ਦੇ ਚੇਤੇ ਦਾ, ਪ੍ਰਭੂ ਦੇ ਸਿਮਰਨ ਦਾ ਅਭਾਵ ਮਾਇਆ ਹੈ। ਤੋ ਇਸ ਪ੍ਰਕਾਰ ਮਾਇਆ ਦੇ ਨਾਲ ਰੰਗਿਆ ਹੋਇਆ, ਮਾਇਆ ਦੀ ਪਾਹ ਨਾਲ ਔਰ ਵਿਕਾਰਾਂ ਨਾਲ ਰੰਗਿਆ ਹੋਇਆ ਜਿਹੜਾ ਜੀਵਨ ਹੈ, ਲਿਬੜਿਆ ਹੋਇਆ, ਇਹਨੂੰ ਸਮਝ ਲੈਣਾ। ਦੇਖਣ ਵਿੱਚ ਉੱਤੋਂ ਬਹੁਤ ਵਧੀਆ ਲੱਗੇਗਾ, ਚਮਕ ਵੀ ਹੋਏਗੀ, ਰੰਗ ਵੀ ਹੋਣਗੇ,
ਪਰ ਸਤਿਗੁਰੂ ਕਹਿੰਦੇ ਇਹਦੇ ਕੋਲ ਨੇੜਤਾ ਨਹੀਂ ਹੋਏਗੀ ਰੱਬ ਦੀ। ਮੇਰੇ ਕੰਤ ਨਾ ਭਾਵੈ ਚੋਲੜਾ, ਪਿਆਰੇ ਕਿਉਂ ਧਨ ਸੇਜੈ ਜਾਏ। ਇਹ ਸਮੱਸਿਆ ਹੈ, ਇਹ ਦਸ਼ਾ ਵਰਣਨ ਹੈ। ਹੁਣ ਇਹਦੀ ਨਿਵਰਤੀ ਦੱਸੀ ਗਈ, ਕਿਉਂਕਿ ਬਾਣੀ 'ਚ ਕੋਈ ਬਿਮਾਰੀ ਦਾ ਸਿਰਫ ਉਲੇਖ ਕਰਕੇ ਅੱਗੇ ਨਹੀਂ ਵਧੇ ਸਤਿਗੁਰੂ, ਬਈ ਇਹ ਹਾਲਤ ਹੈ ਤੇ ਹਾਲਤ ਦੇਖੋ। ਹੁਣ ਤੁਸੀਂ ਆਪ ਸੋਚੋ ਕਿਵੇਂ ਨਿਕਲਣਾ ਹੈ। ਕਿਧਰੇ ਵੀ ਸਤਿਗੁਰੂ ਜੀ ਨੇ ਕੋਈ ਹਾਲਤ ਐਸੀ ਨਹੀਂ ਦੱਸੀ ਕਿ ਜਿਹਦਾ ਨਾਲ ਨਿਵਾਰਣ ਨਾ ਦੱਸਿਆ ਹੋਵੇ। ਇਸ ਦਸ਼ਾ ਦਾ ਸਤਿਗੁਰੂ ਨੇ ਵਰਣਨ ਕੀਤਾ ਬਈ ਲੋਕਾਂ ਦਾ ਜੀਵਨ ਇੰਝ ਚੱਲ ਰਿਹਾ ਹੈ। ਹੁਣ ਪਾਤਸ਼ਾਹ ਕਹਿੰਦੇ ਦੀ ਨਿਵਰਤੀ, ਫਿਰ ਆਖਣਗੇ ਤੇਰਾ ਵਿਵੇਕ ਹੈ ਕਿ ਹੁਣ ਤੂੰ ਵੇਖ ਤੂੰ ਕਰਨਾ ਕੀ ਹੈ, ਕਿਹੜੇ ਰਸਤੇ ਤੇ ਤੂੰ ਤੁਰਨਾ ਹੈ। ਦੋਨੋਂ ਰਸਤੇ ਤੈਨੂੰ ਦੱਸ ਦਿੱਤੇ ਹਨ, ਲਿਵ ਦਾ ਵੀ ਤੇ ਧਾਤ ਦਾ ਵੀ। ਧਾਤ ਕਹਿੰਦੇ ਮਾਇਆ ਨੂੰ, ਲਿਵ ਕਹਿੰਦੇ ਸਿਮਰਨ ਨੂੰ। ਸਿਮਰਨ ਔਰ ਮਾਇਆ ਇਹ ਦੋਵੇਂ ਰਸਤੇ ਸਤਿਗੁਰੂ ਨੇ ਚੰਗੀ ਤਰ੍ਹਾਂ ਸਮਝਾ ਦਿੱਤੇ। ਤੇ ਸਤਿਗੁਰੂ ਕਹਿੰਦੇ ਹੁਣ ਵੇਖ, ਆਪਣੇ ਵਿਵੇਕ ਨਾਲ ਸੋਚ ਤੂੰ ਤੁਰਨਾ ਕਿਸ ਰਸਤੇ ਤੇ ਹੈ। ਗੁਰੂ ਪਾਤਸ਼ਾਹ ਜੀ ਨੇ ਜੇ ਇੱਥੇ ਦਸ਼ਾ ਵਰਣਨ ਕੀਤਾ, ਔਰ ਦਸ਼ਾ ਕੋਈ ਚੰਗੀ ਨਹੀਂ ਹੈ। ਯਾਦ ਰੱਖਣਾ, ਕਈ ਵਾਰ ਬਿਮਾਰ ਹੋਵੇ ਨਾ ਬੰਦਾ ਤੇ ਉਹਨੂੰ ਫਿਜ਼ੀਸ਼ੀਅਨ ਕਹਿੰਦਾ ਹੈ ਕਿ ਵੀ ਤੇਰੀ ਦਸ਼ਾ ਇਹ ਹੈ, ਦਸ਼ਾ ਚੰਗੀ ਨਹੀਂ ਹੈ। ਉਹ ਕਹਿ ਕੇ ਉਹਨੂੰ ਘਰ ਨਹੀਂ ਤੋਰ ਦਿੰਦਾ। ਉਹਦਾ ਅਗਲਾ ਸਵਾਲ ਹੁੰਦਾ ਹੈ ਰੋਗੀ ਦਾ, ਫਿਰ ਇਹ ਦਸ਼ਾ ਠੀਕ ਕਿਵੇਂ ਹੋਵੇ? ਦੱਸੋ ਮੈਂ ਕੀ ਕਰਾਂ ਕਿ ਮੇਰੀ ਹਾਲਤ ਸਹੀ ਹੋ ਜਾਵੇ? ਫਿਰ ਉਹ ਦੱਸਦਾ ਹੈ। ਦੋ ਚੀਜ਼ਾਂ ਦਸੀਆਂ ਜਾਂਦੀਆਂ ਹਨ, ਉਪਚਾਰ ਔਰ ਸੰਜਮ। ਸਤਿਗੁਰੂ ਨੇ ਵੀ ਬਾਣੀ ਵਿੱਚ ਇਸੇ ਤਰ੍ਹਾਂ ਮਾਇਆ ਦੇ ਗ੍ਰਸੇ, ਵਿਕਾਰਾਂ ਦੇ ਗ੍ਰਸੇ ਰੋਗੀਆਂ ਦਾ ਉਪਚਾਰ ਦਾ ਢੰਗ ਔਰ ਸੰਜਮ ਦੋਵੇਂ ਦੱਸੇ ਹਨ। ਗੁਰੂ ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲੇ ਆਪਣਾ ਮਾਹੌਲ ਬਦਲ। ਮਾਹੌਲ ਬਦਲਣ ਦਾ ਅਰਥ ਕੀ ਹੈ? ਕਈ ਵਾਰ ਤੁਹਾਨੂੰ ਕਹਿੰਦੇ ਹਨ ਨਾ ਵੀ ਕਿਸੇ ਹੋਰ ਜਗ੍ਹਾ ਤੇ ਤੁਸੀਂ ਕੁਝ ਦਿਨ ਲਈ ਚਲੇ ਜਾਓ, ਤੁਹਾਡੀ ਤਬੀਅਤ ਠੀਕ ਹੋ ਜਾਏਗੀ। ਕਈ ਵਾਰ ਆਖਿਆ ਜਾਂਦਾ ਸੀ। ਸਤਿਗੁਰੂ ਕਹਿੰਦੇ ਮਾਹੌਲ ਬਦਲ। ਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੀ ਸੰਗਤ ਕਰ, ਲੈਣ ਜੋ ਤੇਰਾ ਨਾਉ, ਜਿਹੜੇ ਤੇਰਾ ਨਾਮ ਜਪਣ ਵਾਲੇ ਹਨ। ਗੁਰੂ ਪਾਤਸ਼ਾਹ ਕਹਿੰਦੇ ਰੱਬ ਦਾ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਆ ਜਾ। ਔਰ ਉੱਥੇ ਆ ਕੇ ਤੂੰ ਕੀ ਕਹਿ? ਹਾਂ ਕੁਰਬਾਨੇ ਜਾਉ ਮਿਹਰਵਾਨਾ, ਹਾਂ ਕੁਰਬਾਨੇ ਜਾਉ। ਲਿਆ ਤੇ ਸਤਿਗੁਰੂ ਨੇ ਪ੍ਰਥਮ ਪੁਰਸ਼ ਵਿੱਚ ਹੈ, ਫਸਟ ਪਰਸਨ ਵਿੱਚ ਮੈਂ ਸਦਕੇ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ। ਹਾਂ ਕੁਰਬਾਨੇ ਜਾਉ ਤਿਨਾ ਕੇ, ਲੈਣ ਜੋ ਤੇਰਾ ਨਾਉ। ਮੈਂ ਸਦਕੇ ਵਾਰਨੇ ਕੁਰਬਾਨ ਜਾਂਦਾ ਹਾਂ ਉਹਨਾਂ ਤੋਂ, ਹੇ ਪ੍ਰਭੂ ਮਿਹਰਬਾਨ ਜੀ, ਜਿਹੜੇ ਤੇਰਾ ਨਾਮ ਜਪਦੇ ਹਨ, ਜਿਹੜੇ ਤੇਰਾ ਸਿਮਰਨ ਕਰਦੇ ਹਨ। ਲੈਣ ਜੋ ਤੇਰਾ ਨਾਉ ਤਿਨਾ ਕੇ, ਹਾਂ ਸਦ ਕੁਰਬਾਨੇ ਜਾਉ ਰਹਾਉ। ਜੋ ਲੋਕ ਤੇਰਾ ਨਾਮ ਜਪਦੇ ਹਨ, ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ। ਕੁਰਬਾਨ ਜਾਣ ਦਾ ਤਰੀਕਾ ਸਿਰਫ ਇੱਥੇ ਕਥਨੀ ਨਾਲ ਪੂਰਾ ਨਹੀਂ ਹੋ ਸਕੇਗਾ, ਇਹ ਯਾਦ ਰੱਖਣਾ। ਇਹਦੇ ਲਈ ਸਾਨੂੰ ਕਰਨੀ ਬਣਾਉਣੀ ਪਵੇਗੀ, ਅਮਲ ਬਣਾਉਣਾ ਪਵੇਗਾ। ਕਥਨੀ ਕਰ ਕਰਕੇ ਅਸੀਂ ਬਹੁਤ ਕੁਝ ਆਖ ਦਿੰਦੇ ਹਾਂ, ਬਹੁਤ ਕੁਝ ਸੁਣਦੇ ਹਾਂ, ਫਿਰ ਉਹਨੂੰ ਕਥਨ ਕਰਦੇ ਹਾਂ। ਕਥਨੀ ਸਾਡੇ ਕੋਲ ਬਹੁਤ ਵੱਡੀ ਹੈ, ਪਰ ਉਹਦੇ ਸਾਹਮਣੇ ਕਰਨੀ ਬਹੁਤ ਛੋਟੀ ਹੈ। ਔਰ ਧਰਮ ਇਹ ਕਹਿੰਦਾ ਹੈ ਕਿ ਕਥਨੀ ਨਾ ਹੋਵੇ ਔਰ ਕਰਨੀ ਹੋਵੇ ਤਾਂ ਵੀ ਗੱਲ ਬਣ ਜਾਏਗੀ, ਪਰ ਕਥਨੀ ਬਹੁਤ ਹੈ, ਕਰਨੀ ਜ਼ਰਾ ਜੀ ਵੀ ਨਹੀਂ, ਗੱਲ ਨਹੀਂ ਬਣੇਗੀ। ਕਥਨੀ ਕਿਉਂ ਹੈ? ਤਾਂ ਕਿ ਗੱਲ ਸਮਝ ਆ ਜਾਵੇ। ਪਰ ਜਿਹਨੂੰ ਸਭ ਕੁਝ ਸਮਝ ਆ ਚੁੱਕਿਆ ਹੈ, ਉਹਦੇ ਜੀਵਨ ਵਿੱਚ ਕਰਨੀ ਨਾ ਹੋਵੇ। ਜਿਹਨੂੰ ਰੋਗ ਬਾਰੇ ਪਤਾ ਲੱਗ ਗਿਆ, ਉਪਚਾਰ ਬਾਰੇ ਪਤਾ ਲੱਗ ਗਿਆ, ਸੰਜਮ ਬਾਰੇ ਪਤਾ ਲੱਗ ਗਿਆ, ਉਹਨੇ ਕਈਆਂ ਦਾ ਪਰਾਮਰਸ਼ ਲੈ ਲਿਆ, ਉਹਨੇ ਕਈਆਂ ਦੀ ਸਲਾਹ ਲੈ ਲਈ। ਸਾਰਿਆਂ ਨੇ ਇੱਕੋ ਜਿਹੀਆਂ ਦਵਾਈਆਂ, ਇੱਕੋ ਜਿਹਾ ਸੰਜਮ, ਇੱਕੋ ਜਿਹਾ ਜੀਵਨ ਜਿਉਣ ਦਾ ਢੰਗ ਦੱਸ ਦਿੱਤਾ।
ਹੁਣ ਇਹ ਸੋਚ ਕੇ ਖੁਸ਼ ਹੋਵੇ ਵੀ ਮੈਨੂੰ ਸਮਝ ਆ ਗਿਆ ਸਭ ਕੁਝ ਕਿ ਇਸ ਰੋਗ ਨੂੰ ਦੂਰ ਕਿਵੇਂ ਕਰਨਾ ਹੈ, ਪਰ ਨਾ ਸੰਜਮ ਰੱਖਦਾ ਹੈ, ਨਾ ਔਖਦ ਵਰਤਦਾ ਹੈ। ਕਥਨੀ ਨਾਲ ਰੋਗ ਠੀਕ ਨਹੀਂ ਹੋਏਗਾ ਕਦੇ ਵੀ। ਬਿਲਕੁਲ ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਕਿ ਸਿਰਫ ਕਹਿਣ ਨਾਲ ਕਿ ਹਉ ਕੁਰਬਾਨੇ ਜਾਉ ਰੋਗ ਦੂਰ ਨਹੀਂ ਹੋਏਗਾ। 3 ਵਾਰ ਸਤਿਗੁਰੂ ਜੀ ਨੇ ਸ਼ਬਦ ਆਖੇ ਹਨ ਜੀ, ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ। ਇੱਕ ਪੰਕਤੀ ਇਹ ਹੈ, ਇਹਦੇ ਵਿੱਚ 2 ਵਾਰ ਆਇਆ ਹੈ। ਫਿਰ ਇੱਕੋ ਵਾਰ ਉਹਨੂੰ ਸਮਝ ਲਓ, ਇੱਕ ਪੰਕਤੀ ਇਹ, ਫਿਰ ਹਉ ਕੁਰਬਾਨੇ ਜਾਉ ਤਿਨਾ ਕਹਿ ਲੈਨ ਜੋ ਤੇਰਾ ਨਾਉ। ਦੂਸਰੀ ਵਾਰ ਪੰਕਤੀ ਫਿਰ ਲੈਨ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨੇ ਜਾਉ। 3 ਵਾਰ ਸਤਿਗੁਰੂ ਜੀ ਨੇ 3 ਪੰਕਤੀਆਂ ਵਿੱਚ ਇੱਕੋ ਹੀ ਗੱਲ ਆਖੀ ਹੈ। ਇਹਦਾ ਅਰਥ ਕੀ ਸੀ ਕਿ ਸਿਰਫ ਕਥਨੀ ਕਰਕੇ ਕੁਰਬਾਨ ਨਹੀਂ ਜਾਣਾ। ਇਹਨੂੰ ਕਹਿੰਦੇ ਬਚਨਾ ਕਰਕੇ ਸਿਰਫ ਕੁਰਬਾਨ ਨਹੀਂ ਜਾਣਾ, ਮਨ ਔਰ ਕਰਮ ਕਰਕੇ ਵੀ ਜਾਣਾ ਹੈ। ਤੇਰਾ ਸਰੀਰ ਵੀ ਕੁਰਬਾਨ ਜਾਵੇ, ਤੇਰਾ ਮਨ ਵੀ ਕੁਰਬਾਨ ਜਾਵੇ, ਤੇ ਤੇਰਾ ਆਪਾ ਵੀ ਕੁਰਬਾਨ ਹੋ ਜਾਵੇ। ਤੂੰ ਮਨ, ਬਚਨ ਔਰ ਕਰਮ ਤਿੰਨਾਂ ਕਰਕੇ ਕੁਰਬਾਨ ਜਾਣਾ ਹੈ। ਹੁਣ ਸਮਝੀਏ ਕਿ ਇਹ ਕਿਵੇਂ ਕੁਰਬਾਨ ਕੋਈ ਜਾ ਸਕਦਾ ਹੈ। ਮਨ ਕਰਕੇ ਆਪਣੀ ਜੋ ਨਿਜ ਦੀ ਤੇਰੀ ਮਨਮਤ ਹੈ ਉਹਨੂੰ ਨਾਮ ਜਪਣ ਵਾਲਿਆਂ ਦੇ ਚਰਨਾਂ ਵਿੱਚ ਭੇਟਾ ਕਰਦੇ। ਸਭ ਤੋਂ ਕਠਿਨ ਕੰਮ ਇਹ ਹੈ। ਮਨੁੱਖ ਜੇਬ ਵਿੱਚੋਂ ਆਸਾਨੀ ਨਾਲ ਧਨ ਤੇ ਗੁਰੂ ਨੂੰ ਦੇ ਸਕਦਾ ਹੈ, ਪਰ ਆਪਣੀ ਮਤ ਆਪਣੇ ਮਨ ਨਾਲੋਂ ਵੱਖਰੀ ਕਰਕੇ ਰੱਬ ਨੂੰ, ਗੁਰੂ ਨੂੰ ਨਹੀਂ ਭੇਟ ਕਰਦਾ। ਕਿਉਂਕਿ ਇਹਨੂੰ ਪਤਾ ਹੈ ਕਿ ਜੇ ਮੈਂ ਮਨ ਔਰ ਮਤ ਦੋਵੇਂ ਦੇ ਦਿੱਤੇ ਮੇਰੇ ਕੋਲ ਕੀ ਰਹੇਗਾ। ਹਾਲਾਂਕਿ ਇਸਨੇ ਹਲੇ ਗੁਰਮਤ ਦਾ ਸਵਾਦ ਨਹੀਂ ਚਖਿਆ। ਆਪਣੀ ਮਨਮਤ ਦਾ ਜਿਤਨਾ ਸਵਾਦ ਹੈ ਨਾ ਜੀ ਸਾਡੇ ਕੋਲ, ਜਿਤਨਾ ਰਸ ਹੈ, ਸਾਰੀ ਜ਼ਿੰਦਗੀ ਕੀਤੀ ਹੋਈ ਮਨਮਤ ਹੁਕਮ ਕੀਏ ਮਨ ਭਾਵਦੇ। ਆਪਣੀਆਂ ਚਲਾਈਆਂ ਹੋਈਆਂ ਇਹਨਾਂ ਵਿੱਚੋਂ ਆਇਆ ਹੋਇਆ ਰਸ, ਕਿਉਂਕਿ ਬੰਦੇ ਨੂੰ ਆਪਣੀ ਚਲਾ ਕੇ ਰਸ ਆਉਂਦਾ ਹੈ, ਚੱਲ ਕੇ ਕਿਸੇ ਨੂੰ ਰਸ ਨਹੀਂ ਆਉਂਦਾ। ਚੱਲ ਕੇ ਲੱਗਦਾ ਹੈ ਕਿ ਮੈਂ ਅਧੀਨ ਹੋ ਗਿਆ ਹਾਂ। ਔਰ ਇਹ ਕੌਣ ਹੈ? ਹੰਕਾਰ ਹੈ ਅੰਦਰ। ਚਲਾ ਕੇ ਇਹਨੂੰ ਚੰਗਾ ਲੱਗਦਾ ਹੈ, ਚਲਾਣਾ ਪਸੰਦ ਕਰਦਾ ਹੈ ਇਨਸਾਨ। ਚਲਾ ਕੇ ਸਕੂਨ ਮਿਲਦਾ ਹੈ, ਚੱਲ ਕੇ ਸਕੂਨ ਨਹੀਂ ਮਿਲਦਾ। ਸਤਿਗੁਰੂ ਕਹਿੰਦੇ ਚਲਾ ਚਲਾ ਕੇ ਮਨਮਤ, ਜਿਤਨਾ ਸੁਖ ਤੂੰ ਅੱਜ ਤੱਕ ਲਿਆ, ਇਸ ਤੋਂ ਵੀ ਵਧੇਕ ਸੁਖ ਗੁਰਮਤਿ ਵਿੱਚ ਸਿਰਫ ਇੱਕ ਪੈਂਡਾ ਚੱਲ ਕੇ ਵੇਖ, ਤੈਨੂੰ ਉਸ ਤੋਂ ਵੱਧ ਸਕੂਨ ਮਿਲੇਗਾ, ਟਿਕਾਓ ਮਿਲੇਗਾ। ਜੇ ਤੂੰ ਗੁਰਮਤਿ ਵਿੱਚ ਤੁਰਨ ਲੱਗ ਪਿਆ, ਜੇ ਤੈਨੂੰ ਗੁਰੂ ਦੀ ਮੱਤ ਪ੍ਰਾਪਤ ਹੋ ਜਾਏ। ਦੁਨੀਆ ਦਾ ਸਭ ਤੋਂ ਸਿਆਣਾ ਬੰਦਾ ਸੋ ਕਾਲਡ, ਜਿਹਦੇ ਕੋਲ ਗੁਰਮਤ ਨਹੀਂ ਹੈ, ਉਹਨੂੰ ਇਆਣਾ ਕਹਿੰਦੀ ਹੈ ਬਾਣੀ। ਗੁਰ ਕੀ ਮਤ ਤੂੰ ਲੇਹ ਇਆਨੇ। ਗੁਰਮਤਹੀਣ ਮਨੁੱਖ, ਔਰ ਗੁਰਮਤ ਕੀ ਹੈ? ਇਹ ਉਹ ਨਹੀਂ ਹੈ ਜਿਹਦਾ ਅੱਜ ਕੱਲ੍ਹ ਲੋਕ ਰੌਲਾ ਪਾਉਂਦੇ ਨੇ, ਇਹ ਗੁਰਮਤ ਹੈ, ਇਹ ਗੁਰਮਤ ਹੈ। ਉਹ ਤੇ ਕੁਝ ਕਰਮਾਂ ਨੂੰ ਬਦਲਣ ਦੀ ਗੱਲ ਕਰ ਰਹੇ ਹਨ। ਗੁਰਮਤ ਹੈ ਆਪਣੇ ਅੰਦਰ ਨੂੰ ਬਦਲੋ। ਯਾਦ ਰੱਖਣਾ, ਗੁਰਮਤ ਦੇ ਨਾਮ ਦੇ ਉੱਤੇ ਅਸੀਂ ਸਿਰਫ ਬਾਹਰਲੇ ਮਰਿਆਦਾ ਨੂੰ ਲੈ ਕੇ ਤੇ ਢਿੰਡੋਰਾ ਪਿਟਿਆ ਹੈ ਬਹੁਤੇ ਲੋਕਾਂ ਨੇ। ਬਸ ਇਹ ਕਰ ਲਵਾਂਗੇ ਤੇ ਇਹੀ ਗੁਰਮਤ ਹੋ ਜਾਏਗੀ। ਇਹਦਾ ਬਾਹਰਲੇ ਜੀਵਨ ਦਾ ਅੰਦਰਲੇ ਜੀਵਨ ਨਾਲ ਕੋਈ ਬਹੁਤ ਡੂੰਘਾ ਸੰਬੰਧ ਨਹੀਂ ਹੈ ਕਿ ਬਾਹਰੋਂ ਤੁਸੀਂ ਕੁਝ ਚੀਜ਼ਾਂ ਬਦਲ ਦੋਗੇ ਤੇ ਤੁਸੀਂ ਕਹੋ ਅਸੀਂ ਜੀ ਗੁਰਮਤ ਵਿੱਚ ਆ ਗਏ। ਐਸਾ ਨਹੀਂ ਹੈ। ਗੁਰਮਤ ਤੁਹਾਡੇ ਮਨ ਨੂੰ ਬਦਲੇਗੀ, ਤੁਹਾਡੇ ਵਿਚਾਰ ਨੂੰ ਬਦਲੇਗੀ, ਤੁਹਾਡੇ ਆਚਾਰ ਨੂੰ ਬਦਲੇਗੀ, ਸਹਿਜੇ ਸਹਿਜੇ ਤੁਹਾਡੇ ਸਾਰੇ ਜੀਵਨ ਨੂੰ ਬਦਲ ਦੇਵੇਗੀ। ਇਹਨੂੰ ਇੰਝ ਸਮਝਿਆ ਜਾ ਸਕਦਾ, ਇੱਕ ਉਦਾਹਰਣ ਦੇ ਕੇ ਅੱਗੇ ਵਧਾਂਗਾ। ਜੋ ਦਹੀਂ ਦਾ ਇੱਕ ਚਮਚਾ ਹੁੰਦਾ ਹੈ ਜਿਹਨੂੰ ਅਸੀਂ ਜਾਗ ਕਹਿੰਦੇ ਹਾਂ। ਕਿਸੇ ਨੇ ਸੁਣ ਲਿਆ ਬਈ ਜਾਗ ਹੋਏਗੀ ਤੇ ਦੁੱਧ ਜੰਮੇਗਾ, ਪਰ ਉਹ ਪੂਰੀ ਗੱਲ ਸੁਣਨੀ ਭੁੱਲ ਗਿਆ ਕਿ ਜਾਗ ਨੂੰ ਦੁੱਧ ਵਿੱਚ ਰਲਾਣਾ ਪਏਗਾ। ਤੁਸੀਂ ਇੱਕ ਚਮਚ ਦਹੀਂ ਔਰ ਦੁੱਧ ਦੋਵੇਂ ਨਾਲ ਨਾਲ ਰੱਖ ਦਿਓ ਵੱਖ ਵੱਖ ਭਾਂਡਿਆਂ ਵਿੱਚ, ਦੁੱਧ ਦੁੱਧ ਹੀ ਰਹੇਗਾ, ਉਹ ਜੰਮ ਨਹੀਂ ਪਾਏਗਾ।
ਜਦ ਤੱਕ ਉਸ ਇੱਕ ਚਮਚ ਦਹੀਂ ਨੂੰ ਦੁੱਧ ਵਿੱਚ ਰਲਾਓਗੇ ਨਹੀਂ ਤੁਸੀਂ। ਬਹੁਤੇ ਲੋਕਾਂ ਕੋਲ ਗੁਰਮਤ ਸਿਰਫ ਚਮਚੇ ਵਿੱਚ ਦਿਖਾਉਣ ਵਾਸਤੇ ਹੈ, ਬਸ ਖਿਮਾ ਕਰਨਾ ਹੈ, ਹਕੀਕਤ ਹੈ, ਪਰ ਅੰਦਰ ਖੇਡ ਨਹੀਂ ਬਣੀ ਹੋਈ, ਅੰਦਰ ਟਿਕਾਵ ਨਹੀਂ ਆਇਆ ਹੋਇਆ, ਅੰਦਰ ਉਹ ਅਵਸਥਾ ਨਹੀਂ ਵੀ ਅੰਦਰ ਨੂੰ ਰਿੜਕ ਕੇ ਸਿਮਰਨ ਕਰਕੇ ਤੇ ਇਹਦੇ ਵਿੱਚੋਂ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਏ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨ ਆਵੇ, ਰਸਨਾ ਨਾਮ ਜਪੋ ਤਬ ਮਥੀ ਹੈ। ਜਪ ਨਹੀਂ ਹੋਏਗਾ, ਸਿਮਰਨ ਨਹੀਂ ਹੋਏਗਾ, ਭਗਤੀ ਨਹੀਂ ਹੋਏਗੀ। ਔਰ ਉਸ ਤੋਂ ਵੀ ਪਹਿਲੇ ਸੁਰਤ ਸਮਾਇਣ ਨਹੀਂ ਹੋਏਗੀ, ਹੋਏਗੀ ਵੀ ਤੇ ਉਹ ਬਾਹਰ ਹੋਏਗੀ, ਰਲੀ ਨਹੀਂ ਹੋਏਗੀ ਜ਼ਿੰਦਗੀ ਵਿੱਚ। ਦੂਸਰੇ ਪਾਸੇ ਜਿਹਦੇ ਆਪਣੇ ਅੰਦਰ ਸਮਾਇਣ ਪਾ ਲਈ ਹੈ, ਜਿਹਨੇ ਆਪਣੇ ਆਪ ਨੂੰ ਗੁਰਮਤਿ ਦੀ ਜਾਗ ਲਾ ਲਈ ਹੈ, ਇਹ ਗੱਲ ਹਮੇਸ਼ਾ ਯਾਦ ਰੱਖਣਾ ਤੁਸੀਂ ਕਿ ਉਹਦਾ ਬਹੁਤਾ ਬੋਲਣਾ ਘਟ ਜਾਏਗਾ। ਉਹਨੂੰ ਕਿਸੇ ਦੇ ਨਾਲ ਕੋਈ ਲੈਣ ਦੇਣ ਨਹੀਂ, ਦਿਖਾਵਾ ਕਰਕੇ ਵੀ ਅਸੀਂ ਆਪਣੇ ਜੀਵਨ ਨੂੰ ਬਦਲ ਰਹੇ ਹਾਂ। ਉਹ ਆਪਣੀ ਕਿਰਿਆ ਵਿੱਚ ਲੱਗਿਆ ਹੋਏਗਾ। ਹਾਂ, ਉਹਦੇ ਬਾਰੇ ਉਸ ਦਿਨ ਪਤਾ ਲੱਗਦਾ ਹੈ ਜਿਸ ਦਿਨ ਉਹਦੇ ਹੱਥ ਤਤ ਵਸਤੂ ਆ ਜਾਂਦੀ ਹੈ। ਫਿਰ ਬਾਣੀ ਕਹਿੰਦੀ ਹੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਉਸ ਦਿਨ ਪਤਾ ਲੱਗਦਾ ਹੈ, ਗੋਬਿੰਦ 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 ਸੰਗ ਨਾਮ ਦਿਓ, ਮਨ ਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਉਸ ਦਿਨ ਪ੍ਰਗਟ ਹੁੰਦਾ ਹੈ ਉਹ। ਇਸ ਲਈ ਮੈਂ ਬੇਨਤੀ ਕਰਾਂ ਜੀ, ਗੁਰਮਤ ਦਾ ਇੱਕ ਕਤਰਾ ਵੀ ਕਿਸੇ ਮਨੁੱਖ ਕੋਲ ਹੋਵੇ, ਸਾਰੀ ਜ਼ਿੰਦਗੀ ਕੀਤੀ ਹੋਈ ਮਨਮਤ ਦੇ ਸਵਾਦ ਨਾਲੋਂ ਕਿਤੇ ਕਈ ਗੁਣਾ ਅੱਗੇ ਹੈ। ਉਹ ਸਾਰਾ ਸਵਾਦ ਗੁਰਮਤ ਦੇ ਇੱਕ ਕਤਰੇ ਦੇ ਸਾਹਮਣੇ ਫਿੱਕਾ ਪੈਣ ਵਾਲਾ ਹੈ। ਤਾਂ ਕੁਰਬਾਨ ਜਾਣ ਦਾ ਜੋ ਪਹਿਲਾ ਭਾਵ ਹੈ ਉਹ ਇਹ ਹੈ ਵੀ ਆਪਣੀ ਮਤ ਨੂੰ ਕੁਰਬਾਨ ਕਰ ਦਿਓ। ਇਹ ਸਭ ਤੋਂ ਕਠਿਨ ਹੈ। ਫਿਰ ਦੂਸਰਾ ਪੱਖ ਹੈ ਸਰੀਰ ਕਰਕੇ ਸੇਵਾ, ਤੇ ਤੀਸਰਾ ਹੈ ਮਨ ਕਰਕੇ ਰਜ਼ਾ ਵਿੱਚ ਤੁਰਦਾ। ਇਹ ਤਿੰਨ ਚੀਜ਼ਾਂ ਜਿਸ ਮਨੁੱਖ ਕੋਲ ਹੁੰਦੀਆਂ ਹਨ, ਕਿਹਾ ਜਾ ਸਕਦਾ ਹੈ ਉਹਨੂੰ ਕੁਰਬਾਨ ਜਾਣ ਦੀ ਜੁਗਤੀ ਮਿਲ ਗਈ। ਉਹਦੀ ਇਹ ਕਥਨੀ ਹੁਣ ਕਰਨੀ ਵਿੱਚ ਬਦਲ ਰਹੀ ਹੈ। ਸਤਿਗੁਰੂ ਕਹਿੰਦੇ, ਕਾਇਆ ਰੰਗਣ ਜੇਥੀਏ ਪਿਆਰੇ, ਪਾਈਐ ਨਾਉ ਮਜੀਠ। ਕਾਇਆ ਤੋਂ ਬਾਅਦ ਜਿਹੜਾ ਅੱਖਰ ਹੈ, ਸ਼ਬਦ ਹੈ, ਉਹ ਹੈ ਰੰਗਣ। ਨੰਗਾ ਬੁਲਾਇਆ ਜਾਏਗਾ, ਇਹਨੂੰ ਰੰਗਣ ਨਹੀਂ ਪੜ੍ਹਨਾ, ਕਾਇਆ ਰੰਗਣ ਇੰਝ ਉਚਾਰਨ ਕਰਨਾ ਹੈ ਇਹਦਾ। ਜੇ ਥੀਏ ਪਿਆਰੇ, ਰੰਗਣ ਕਿਹਾ ਜਾਂਦਾ ਹੈ ਜੀ ਮੱਟੀ ਨੂੰ। ਮੱਟੀ, ਉਹ ਮਿੱਟੀ ਦਾ ਭਾਂਡਾ। ਪੁਰਾਣੇ ਸਮੇਂ 'ਚ ਮਿੱਟੀ ਦੇ ਹੋਇਆ ਕਰਦੇ ਸਨ, ਫਿਰ ਧਾਤੂਆਂ ਦੇ ਭਾਂਡੇ ਆਏ। ਪੁਰਾਣੇ ਸਮੇਂ 'ਚ ਉਹ ਮੱਟੀਆਂ ਬਣਾਉਂਦੇ ਸਨ ਕੁਮਾਰ, ਜਿਨ੍ਹਾਂ ਵਿੱਚ ਨਿਲਾਰੀ ਲੋਕ, ਕੱਪੜੇ ਰੰਗਣ ਵਾਲਿਆਂ ਨੂੰ ਨਿਲਾਰੀ ਕਿਹਾ ਜਾਂਦਾ ਹੈ, ਰੰਗਰੇਜ਼ ਕਿਹਾ ਜਾਂਦਾ ਹੈ। ਜਿਨ੍ਹਾਂ ਮੱਟੀਆਂ ਦੇ ਵਿੱਚ ਇਹ ਲੋਕ ਪਾਣੀ ਔਰ ਰੰਗ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਬਾਲਦੇ ਸਨ, ਫਿਰ ਕੱਪੜਾ ਪਾ ਕੇ ਡੋਬ ਕੇ ਵਾਰ-ਵਾਰ ਇਹਨੂੰ ਪਕਾਉਂਦੇ ਸਨ, ਰਿੰਨ੍ਹਦੇ ਸਨ। ਕਹਿੰਦੇ ਰਿੰਨ੍ਹਿਆ ਗਿਆ ਕੱਪੜਾ, ਫਿਰ ਕੱਪੜੇ 'ਤੇ ਰੰਗ ਚੜ੍ਹ ਗਿਆ। ਸਤਿਗੁਰੂ ਕਹਿੰਦੇ, ਅਗਰ ਆਪਣੇ ਜੀਵਨ ਨੂੰ ਬਦਲਣਾ ਹੈ, ਕੱਚਾ ਰੰਗ ਵਿਕਾਰਾਂ ਦਾ ਹਟਾ ਕੇ ਔਰ ਨਾਮ ਦਾ ਪੱਕਾ ਰੰਗ ਚਾੜਨਾ ਹੈ, ਦੋ ਤਰੀਕੇ ਦੇ ਕੱਪੜੇ ਨਿਲਾਰੀ ਕੋਲ ਆਉਂਦੇ ਹਨ। ਇੱਕ ਤੇ ਕੋਰਾ ਕੱਪੜਾ ਆਉਂਦਾ ਹੈ, ਜਿਹਨੂੰ ਹਲੇ ਕੋਈ ਰੰਗ ਨਹੀਂ ਚੜਿਆ ਹੋਇਆ। ਇੱਕ ਕਈ ਵਾਰ ਅਸੀਂ ਉਹਨੂੰ ਰੰਗ ਵਾਲਾ ਕੱਪੜਾ ਦਿੰਦੇ ਹਾਂ ਬਈ ਇਹ ਰੰਗ ਹਟਾ ਕੇ ਇਹਦੇ ਉੱਤੇ ਦੂਸਰਾ ਰੰਗ ਚਾੜ ਦੇ। ਤੁਸੀਂ ਜ਼ਰੂਰ ਆਪਣੇ ਜੀਵਨ 'ਚ ਕਈ ਵਾਰ ਕੀਤਾ ਹੋਏਗਾ। ਹੁਣ ਉਹਦੇ ਕੋਲ ਇੱਕ ਚੀਜ਼ ਹੁੰਦੀ ਹੈ ਜਿਹਨੂੰ ਆਮ ਬੋਲੀ 'ਚ ਹੁੰਦਾ ਕੈਮੀਕਲ ਹੈ, ਰੰਗ ਕਾਟ ਕਿਹਾ ਜਾਂਦਾ ਹੈ। ਉਹ ਕੀ ਕਰਦਾ ਹੈ, ਪਹਿਲੇ ਉਸ ਕੱਪੜੇ ਦਾ ਪੁਰਾਣਾ ਰੰਗ ਉਤਾਰਦਾ ਹੈ,
फिर जाके तो उस कपड़े के उत्ते नवा रंग चढ़ाउंदा है। साड़ी हालत की है कि साडे जीवन के उत्ते लीतड़ा लब रंगाए। सतगुरु जी ने जो पिछे दशा वर्णन की, विकारां दा रंग चढ़िया होया है। तो हुण बंदा घर विच ये कहे भी मैं पहले इस कपड़े का रंग आप ही उतार लवां फिर नीलारी नूं देवांगा, नहीं, नीलारी कोल ते वो साधन है जिहदे नाल वो पहले का रंग उतार सकता है। बहुते लोग इसी करके सत्संग विच नहीं आउंदे, गुरुद्वारे विच नहीं आउंदे भी असीं लोभी हाँ, असीं कामी हाँ, असीं भैड़े हाँ, साडा मन चंगा नहीं, मन साफ नहीं, गुरुद्वारे जाके की करांगे। ये बिल्कुल एक्सक्यूज़ इंज ही है जिवें साडे कपड़े दे ते पहले ही रंग चढ़िया, जे असीं पहले उतारांगे फिर देवांगे नवा रंग चाड़न वास्ते। ऐसा नहीं है। गुरु कोल लैके आओ, जैसा भी है ये रंग, जैसी भी हालत है इस कपड़े की, तुसीं लै आवो गुरु दे कोल। गुरु निलारी है। गुरु कोल सेवा और सिमरन दोवें दाता हन। याद रखना, सेवा नाल कीता होया सिमरन। मैं बहुत एक गंभीर गल आखण लगा है, इनू समझना, क्योंकि सेवा और सिमरन का भी सीक्वेंस है जो समझ आउंदी है गल। अक्सर गुरु घर जिहड़ा पहले आउंदा है ना, उन्होंने सेवा दिती जाती है। भाई लैणा नूं पहले दिन सिमरन नहीं सी दिता गया, उन्होंने सेवा दिती गई सी। बाबे अमरदास ने 12 साल सेवा की सी। तुसी गुरु घर जदों आओगे तो सब तो पहले तुसी वेखो इत्थे सेवा किहड़ी मिल सकती है। मैनू एक सेवा पकड़ लो कोई भी। मैं पहले भी ये बेनती की सी, लेकिन उस सेवा नूं तुसी अपना फर्ज मन लो। कई बार आंदा है बंदा इंज देखता है गुरु घर, नहीं इत्थे ते किसी सेवा की लोड़ नहीं। ऐसा कदी नहीं कि गुरु घर कदी सेवा की लोड़ ना होवे। ये तो साडी संस्था इंस्टीट्यूशन है जिथे सेवा सिमरन सब कुछ एक सिख नूं सिखाया जाता है। इत्थों तक सतगुरु जी दे वेले दुनियावी पढ़ाई दे भी सतगुरु जी ने इत्थे इंतजाम किए हुए सन। इत्थों तक सी गुरु घर दा सिद्धांत। एक सेवा पकड़ लवो कोई भी एक सेवा, लेकिन उस एक सेवा नूं अपना फर्ज जान लवो कि कुछ हो जावे मैं ये सेवा छड्डनी नहीं। अरदास करो सतगुरु ये सेवा लैंदे रहना। इत्थों तक बेनती करदे 10 मिनट सिर्फ चवर ही चुला दिओ ना गुरु साहब जी नूं, ये भी सेवा है। गुरु साहब दे रुमालियां दी वस्त्रां दी सेवा लै लो, किसी एक चीज़ की सेवा लै लो, लेकिन उन्होंने इस तरह करना जिवें तुसी चाकरी करनी है, नौकरी करनी है। तुहानूं गुरु ने नौकरी ते रख लिया है, चाकरी ते रख लिया है। इस भावना नाल करना कि जिवें नौकरी करदे हां उत्थे असीं रोज़ पहुँचना हुंदा है। इस तरीके की कोई एक सेवा लै लो तुसी। बहुत सेवावां हन गुरु घर दे विच, मैं बखान ना करा इस समय, अपने विवेक नाल सोचना जरूर। सेवा गुरु कोल ओ दात है जिहदे नाल साडा विकारां दा रंग कटिया जाएगा। मैनूं याद आंदी है गल, बाबा दीप सिंह जी जिन्हां दा नां दीपा सी, जदों सतगुरु दी शरण विच आए ना बाबा दीप सिंह जी अपने माता पिता दे नाल, ते गुरु कलगीधर पातशाह जी ने आप अमृत छकाया सी। 5 प्यारियां से गुरु कलगीधर पातशाह आप शामिल सन। उन्हां दे हत्थों बाबा दीप सिंह ने दीपे ने अमृत छकिया सी ते चित कीता भी मैं इत्थे ही रवां। रह गए गुरु घर, सेवा विच जुड़ गए। हले उम्र बहुत वड्डी ने। गुरु कलगीधर पातशाह एक दिन आए थे, भांडे पे मांजदे संदीप सिंह जी स्वाह दे नाल, और इतने चंगी तरह उन्होंने मांज रहे सन भांडे, हले धोते भी नहीं सन, चमक आ गई सी उन्हां विच। गुरु साहब आए, बाबा दीप सिंह खलो गए। सतगुरु मुस्कुरा के कहंदे, दीपिया
ਪਿਆਰ ਨਾਲ ਕਹਿੰਦੇ ਸਨ। ਇਹ ਭਾਂਡੇ ਹੀ ਮਾਂਜਣੇ ਆਏ ਹਨ ਤੈਨੂੰ, ਜਾਂ ਮਨ ਵੀ ਮਾਂਜਣਾ ਆ ਗਿਆ ਹੀ? ਭਾਂਡਾ ਤੇ ਬੜਾ ਸੋਹਣਾ ਮਾਂਜਦਾ ਪਿਆ ਹੈ, ਹੁਣੇ ਧੋਏਗਾ ਤੇ ਚਮਕ ਜਾਏਗਾ, ਲਿਸ਼ਕ ਜਾਏਗਾ। ਕਿ ਮਨ ਦੀ ਵੀ ਇਹੀ ਹਾਲਤ ਹੈ? ਇਹ ਵੀ ਸ਼ੁਰੂ ਕੀਤਾ ਮਾਂਜਣਾ। ਹੁਣ ਮੈਂ ਕਈ ਵਾਰ ਕਹਿੰਦਾ ਹਾਂ, ਸਾਡੇ ਵਰਗਾ ਹੁੰਦਾ ਸੀ ਕਹਿੰਦੇ ਦੇਖੋ ਪਾਤਸ਼ਾਹ ਕਿਤਨਾ ਵਧੀਆ ਹੈ, ਮਨ ਵੀ ਇਸੇ ਤਰ੍ਹਾਂ ਹੀ ਵਧੀਆ ਹੈ। ਬਾਬਾ ਦੀਪ ਸਿੰਘ ਜੀ ਵਰਗੇ ਅਮਰ ਸ਼ਹੀਦ, ਜਿਨ੍ਹਾਂ ਨੂੰ ਕਹਿੰਦੇ ਆ ਬ੍ਰਹਮ ਗਿਆਨੀ ਮਹਾਂਪੁਰਸ਼, ਉਹ ਕਹਿਣ ਲੱਗੇ ਦਾਤਾ ਹਲੇ ਤੇ ਤੁਰਨਾ ਹੀ ਸ਼ੁਰੂ ਕੀਤਾ ਹੈ, ਹਲੇ ਤੇ ਪਤਾ ਨਹੀਂ ਪਹਿਲਾ ਕਦਮ ਵੀ ਪੁੱਟਿਆ ਗਿਆ ਕਿ ਨਹੀਂ ਪੁੱਟਿਆ ਗਿਆ। ਤੇਰੀ ਸੰਗਤ ਵਿੱਚ ਇਹ ਸੇਵਾ ਮਿਲੀ ਹੈ, ਇਸ ਭਾਂਡੇ ਨੂੰ ਮਾਂਜਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਤਾਂ ਇਹ ਲੱਗਦਾ ਹੈ ਹਲੇ ਇਹ ਵੀ ਭਾਂਡਾ ਚੰਗੀ ਤਰ੍ਹਾਂ ਮਾਂਜਣਾ ਨਹੀਂ ਆਇਆ। ਤੂੰ ਧਿਆਨ ਨਾਲ ਵੇਖੇਂਗਾ ਕਿਧਰੇ ਨਾ ਕਿਧਰੇ ਇਹਦੇ ਵਿੱਚ ਮਲੀਨਤਾ, ਕੋਈ ਝੂਠ ਤੈਨੂੰ ਦਿਸ ਪਏਗੀ। ਝੂਠ ਸਮਝਣਾ, ਮਲੀਨਤਾ ਔਰ ਝੂਠ ਵਿੱਚ ਫਰਕ ਹੈ। ਕਿਧਰੇ ਨਾ ਕਿਧਰੇ ਝੂਠ ਹੋਏਗੀ ਥੋੜ੍ਹੀ ਜਿਹੀ। ਅੰਦਰ ਦੀ ਗੱਲ ਤੇ ਬੜੀ ਦੂਰ ਹੈ ਹਲੇ। ਸਤਿਗੁਰੂ ਕਹਿੰਦੇ ਫਿਰ ਕਦੋਂ ਤੱਕ? ਕਹਿਣ ਲੱਗੇ ਕਦੋਂ ਤੱਕ ਕਿ ਜਦੋਂ ਤੂੰ ਕਿਰਪਾ ਕਰ ਦੇਵੇਂ। ਇਹਦੇ ਵਿੱਚ ਸਾਡੀ ਮਰਜ਼ੀ ਨਹੀਂ ਚੱਲਣੀ ਵੀ ਸਾਨੂੰ ਆ ਜਾਵੇ। ਤੂੰ ਕਿਰਪਾ ਕਰ, ਇਸ ਭਾਂਡੇ ਦੀ ਵੀ ਝੂਠ ਉਤਰ ਜਾਵੇ ਤੇ ਅੰਦਰ ਦੇ ਭਾਂਡੇ ਦੀ ਵੀ ਝੂਠ ਉਤਰ ਜਾਵੇ। ਇਹ ਜਾਂਚ ਤੂੰ ਆਪ ਹੀ ਸਿਖਾ ਦੇ। ਇਸ ਕਰਕੇ ਸੇਵਾ ਹੈ ਇਸ ਘਰ ਵਿੱਚ। ਕਿਧਰੇ ਅਸੀਂ ਵਾਪਸ ਮੁੜ ਜਾਈਏ ਜਿਵੇਂ ਅਸੀਂ ਹੱਥੀਂ ਸੇਵਾ ਕਰਿਆ ਕਰਦੇ ਸਾਂ। ਤੁਸੀਂ ਸਾਰਿਆਂ ਨੇ ਬਚਪਨ 'ਚ ਕੀਤੀ ਹੋਏਗੀ, ਅੱਜ ਅਸੀਂ ਨਹੀਂ ਕਰਦੇ। ਕਿਧਰੇ ਅਸੀਂ ਵਾਪਸ ਆ ਜਾਈਏ ਉਸ ਰਸਤੇ ਉੱਤੇ। ਇੱਕ ਸੇਵਾ ਲੈ ਲਓ ਜ਼ਰੂਰ ਗੁਰੂ ਘਰ ਦੀ, ਕੋਈ ਵੀ ਆਪਣੀ ਸਵੇਛਾ ਨਾਲ, ਪਰ ਉਹ ਹੋਵੇ ਇੰਜ ਜਿਵੇਂ ਗੁਰੂ ਨੇ ਤੁਹਾਨੂੰ ਨੌਕਰੀ ਦੇ ਦਿੱਤੀ ਹੈ। ਇੰਜ ਇਸ ਚਾਉ ਨਾਲ ਜਾਣਾ। ਔਰ ਸਤਿਗੁਰੂ ਸਾਫ਼ ਕਹਿੰਦੇ ਹਨ ਕਿ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੇ ਪਾਏ। ਹੁਰਮਤ ਤਿਸਨੋ ਅਗਲੀ ਉਹ ਵਜ਼ਹ ਪੇ ਦੂਣਾ ਖਾਏ। ਇੱਜ਼ਤ ਤੇ ਮਿਲੇਗੀ ਹੀ ਇਸ ਚਾਕਰੀ ਦੀ। ਵਜ਼ਹ ਕਹਿੰਦੇ ਹਨ ਤਨਖਾਹ। ਤਨਖਾਹ ਤੋਂ ਵੀ ਵੱਧ ਮਿਲੇਗਾ। ਵੈਸੇ ਵੇਜਿਸ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਹਨ ਨਾ, ਵਜ਼ਹ ਔਰ ਵੇਜਿਸ, ਇਹ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਸੀ, ਪਿਛੋਕੜ ਮਿਲਦਾ ਹੈ ਸਾਰੇ ਸ਼ਬਦਾਂ ਦਾ। ਵਜ਼ਹ ਪੇ ਦੂਣਾ ਖਾਏ ਕਹਿੰਦੇ ਇਹਨਾਂ ਨੂੰ ਡੇਲੀ ਵੇਜ ਦੇ ਉੱਤੇ ਹੈ ਬੰਦਾ। ਰੋਜ਼ ਗੁਰੂ ਦੇ ਕੋਲੋਂ ਵੇਜ ਮਿਲਦੀ ਹੈ। ਇਹਨੂੰ ਫਿਰ ਗੁਰੂ ਅਮਰਦਾਸ ਜੀ ਹਰ ਹਰ ਨਿਤ ਜਪਿਓ ਜਿਉ ਲਾਹਾ ਖਟਿਓ ਦਿਹਾੜੀ ਕਹਿ ਦਿੱਤਾ। ਇਹ ਸਾਰੇ ਤੁਹਾਨੂੰ ਸਿਧਾਂਤ ਮਿਲਣਗੇ ਗੁਰਬਾਣੀ ਵਿੱਚ। ਸਤਿਗੁਰੂ ਕਹਿੰਦੇ ਕਿ ਜੇ ਤੂੰ ਸੱਚਮੁੱਚ ਚਾਕਰੀ 'ਚ ਲੱਗ ਜਾਵੇਂ ਕਿ ਹਾਂ ਗੁਰੂ ਨੇ ਮੈਨੂੰ ਚਾਕਰ ਬਣਾ ਲਿਆ ਹੈ ਔਰ ਵਧੀਆ ਕਰਨਾ ਹੈ ਆਪਣੀ ਤਰਫੋਂ ਸੇਵਾ ਵਾਲਾ ਕਰਮ, ਤੇ ਇੱਜ਼ਤ ਤੇ ਗੁਰੂ ਦੇਵੇਗਾ ਹੀ ਦੇਵੇਗਾ, ਬਖਸ਼ਿਸ਼ ਤੇ ਕਰੇਗਾ ਹੀ। ਤਨਖਾਹ ਤੋਂ ਵੀ ਵੱਧ ਮਿਲ ਜਾਏਗਾ ਜਿੰਨੀ ਗੁਰੂ ਨੇ ਮੁਕਰਰ ਕੀਤੀ ਹੋਏਗੀ ਨਾ। ਖੁਸ਼ ਹੋ ਕੇ ਕੋਈ ਵਧੀਆ ਕੰਮ ਕਰੇ, ਤੁਸੀਂ ਉਹਨੂੰ 100 ਦੇਣੇ ਸਨ, ਤੁਸੀਂ ਕਈ ਵਾਰ ਕਹਿੰਦੇ ਲੈ 120 ਪਕੜ, ਮੈਂ ਤੇਰੇ ਕੰਮ ਤੇ ਖੁਸ਼ ਹੋ ਗਿਆ। ਗੁਰੂ ਦੀ ਖੁਸ਼ੀ ਲੈਣੀ ਹੈ। ਤੋ ਇਸ ਤਰੀਕੇ ਦੇ ਨਾਲ ਉਹ ਪਹਿਲਾ ਰੰਗ ਸੇਵਾ ਕਰਕੇ ਉਤਰੇਗਾ, ਫਿਰ ਨਵਾਂ ਰੰਗ ਚੜ੍ਹੇਗਾ ਸਿਮਰਨ ਦੇ ਨਾਲ। ਪਹਿਲੇ ਸੇਵਾ ਤੇ ਸਿਮਰਨ, ਇਹ ਸੀਕਵੈਂਸ ਹੈ। ਸੇਵਾ ਹੋਏਗੀ ਨਾਲ ਸਿਮਰਨ ਚੱਲਦਾ ਰਹੇਗਾ। ਅੰਦਰੋਂ ਜਿਉਂ ਵਿਕਾਰਾਂ ਦਾ ਰੰਗ ਉਤਰ ਗਿਆ, ਫਿਰ ਸਿਮਰਨ ਦਾ ਰੰਗ ਚੜ੍ਹੇਗਾ, ਪੱਕਾ ਹੋਏਗਾ, ਤੇ ਫਿਰ ਸੇਵਾ ਸੁਭਾਅ ਬਣ ਜਾਏਗੀ, ਨਿਤ ਦਾ ਕਰਮ ਬਣ ਜਾਏਗਾ, ਪੁੱਛਣ ਦੀ ਲੋੜ ਹੀ ਨਹੀਂ ਪਵੇਗੀ। ਫਿਰ ਸਿਮਰਨ ਤੇ ਸੇਵਾ ਹੋ ਜਾਏਗਾ। ਸ਼ਾਇਦ ਆਪ ਗੱਲ ਸਮਝੇ ਹੋਵੋਗੇ ਮੈਂ ਕੀ ਕਹਿਣਾ ਚਾਹ ਰਿਹਾ ਹਾਂ। ਪਹਿਲੇ ਸੇਵਾ ਹੈ, ਨਾਲ ਸਿਮਰਨ ਚੱਲਦਾ ਹੈ। ਸੇਵਾ ਰੰਗ ਕੱਟੇਗੀ ਵਿਕਾਰਾਂ ਦਾ ਲੱਗਾ ਹੋਇਆ, ਲੀਤੜਾ ਲੱਭ ਰੰਗਾਏ, ਉਹ ਉਤਰੇਗਾ ਵਿਕਾਰਾਂ ਦਾ ਰੰਗ। ਨਾਲ ਥੋੜਾ ਥੋੜਾ ਸਿਮਰਨ ਚੱਲ ਰਿਹਾ ਹੋਏਗਾ, ਸੇਵਾ ਜ਼ਿਆਦਾ ਹੋਏਗੀ। ਅੱਜ ਤੇ ਕਹਿੰਦੇ ਨਾ ਸੇਵਾ ਥੋੜੀ ਮੰਗਨ ਬਹੁਤਾ। ਸੇਵਾ ਬਹੁਤ ਹੋ ਜਾਏਗੀ, ਨਾਲ ਸਿਮਰਨ ਵੀ ਚੱਲੇਗਾ, ਪਰ ਬਹੁਤੀ ਵਾਰ ਸਿਮਰਨ ਹਲੇ ਟਿਕ ਨਹੀਂ ਰਿਹਾ। ਕਿਉਂ? ਕਿਉਂਕਿ ਅੰਦਰ
ਉਹ ਹਾਲਤ, ਉਹ ਅਵਸਥਾ, ਉਹ ਤਿਆਰੀ ਨਹੀਂ ਹੈ ਕਿ ਸਿਮਰਨ ਨਾਮ ਦਾ ਰੰਗ ਚੜ੍ਹ ਜਾਏ। ਹਾਲੇ ਉਹ ਤਾਂ ਚੜ੍ਹੇਗਾ ਜਦੋਂ ਸੇਵਾ ਕਰ ਕਰਕੇ ਪਹਿਲਾ ਰੰਗ ਉਤਰੇਗਾ ਮਾਇਆ ਦਾ। ਔਰ ਜਿਤਨੀ, ਮੈਂ ਸ਼ਬਦ ਤੇ ਵਰਤ ਰਿਹਾ ਹਾਂ ਪਰ ਇਹਨੂੰ ਦੂਸਰੀ ਤਰ੍ਹਾਂ ਨਾ ਲੈਣਾ, ਜਿਤਨੀ ਨੀਵੀਂ ਸੇਵਾ ਤੁਸੀਂ ਕਰੋਗੇ। ਹੁਣ ਕਿਸੇ ਦੀ ਝੂਠ ਸਾਫ਼ ਕਰਨੀ ਕੋਈ ਆਮ ਲੋਕਾਂ ਦਾ ਕੰਮ ਥੋੜ੍ਹੀ ਸੀ। ਬੰਦੇ ਰੱਖੇ ਹੁੰਦੇ ਸਨ, ਖਾਸ ਜਾਤੀਆਂ ਦੇ ਲੋਕ ਮਿੱਥੇ ਹੁੰਦੇ ਸਨ, ਬਈ ਇਹ ਨਾਲੀਆਂ ਸਾਫ਼ ਕਰਨਗੇ, ਇਹ ਜੂਠਨ ਸਾਫ਼ ਕਰਨਗੇ, ਇਹ ਝਾੜੂ ਔਰ ਪੋਚੇ ਮਾਰਨਗੇ, ਇਹ ਹੱਥਾਂ ਨਾਲ ਮੈਲਾ ਚੁੱਕਣਗੇ। ਇਹ ਅੱਜ ਵੀ ਜਾਤੀਆਂ ਜਿਹੜੀਆਂ ਬਣੀਆਂ ਇਹਦੇ ਉੱਤੇ ਗੁਰੂ ਸਾਹਿਬ ਨੇ ਸਾਰੇ ਕੰਮ ਆਪਣੇ ਸਿੱਖਾਂ ਤੋਂ ਕਰਾਏ। ਕਿਉਂਕਿ ਜਿਤਨੀ ਨੀਵੀਂ ਸੇਵਾ ਕੋਈ ਕਰੇਗਾ, ਜਿਸ ਨੂੰ ਕੋਈ ਹੱਥ ਨਹੀਂ ਪਾਉਂਦਾ, ਉਹਦਾ ਮਨ ਉਤਨੀ ਛੇਤੀ ਸਾਫ਼ ਹੋਏਗਾ। ਮੈਨੂੰ ਸਰਦਾਰ ਕਪੂਰ ਸਿੰਘ ਜੀ ਦੀ ਗੱਲ ਇੱਥੇ ਯਾਦ ਆਉਂਦੀ ਹੈ। ਘੋੜਿਆਂ ਦੀ ਲਿੱਦ ਸਾਫ਼ ਕਰਿਆ ਕਰਦੇ ਸਨ, ਅਤੇ ਜਦ ਨਵਾਬੀ ਆਈ ਤੇ ਮਸਲਾ ਬਣ ਗਿਆ ਵੀ ਕਿਹਨੂੰ ਦਈਏ। ਪੰਜ ਪਿਆਰਿਆਂ ਨੇ ਕਿਹਾ ਬਈ ਕਪੂਰ ਸਿੰਘ ਨੂੰ ਦਿਓ। ਉਹ ਨਵਾਬ ਕਪੂਰ ਸਿੰਘ ਦੇ ਨਾਮ ਤੋਂ ਜਾਣੇ ਜਾਂਦੇ ਹਨ। ਕਪੂਰ ਸਿੰਘ ਨੇ ਸਾਫ਼ ਖਲੋ ਕੇ ਕਹਿ ਦਿੱਤਾ ਮੈਨੂੰ ਨਹੀਂ ਚਾਹੀਦੀ। ਅੱਗੋਂ ਬਚਨ ਹੋਇਆ ਪੰਜ ਪਿਆਰਿਆਂ ਦਾ ਹੁਕਮ ਹੈ। ਫਿਰ ਕਪੂਰ ਸਿੰਘ ਨੇ ਕਿਹਾ ਜੇ ਉਹਨਾਂ ਦਾ ਹੁਕਮ ਹੈ ਤੇ ਇੱਕ ਤੇ ਉਹਨਾਂ ਦੇ ਚਰਨਾਂ ਨਾਲ ਛੁਆ ਕੇ ਦਿੱਤੀ ਜਾਏ। ਦੂਸਰਾ, ਜਿਸ ਵੇਲੇ ਇਹ ਨਵਾਬੀ ਦੀ ਪੁਸ਼ਾਕ ਮੈਂ ਪਾ ਵੀ ਲਾਂ, ਲੋਕ ਮੈਨੂੰ ਨਵਾਬ ਵੀ ਕਹਿਣਾ ਸ਼ੁਰੂ ਕਰ ਦੇਣ। ਆਮ ਕਹਿੰਦੇ ਨਾ ਕੋਈ ਕੰਮ ਨਹੀਂ ਕਰਦਾ ਬੜਾ ਨਵਾਬ ਹੈ, ਕਹਿੰਦੇ ਆ ਨਾ ਅਸੀਂ ਜੀ ਕਈ ਵਾਰ। ਭਾਵੇਂ ਮੈਂ ਨਵਾਬ ਨਾਮ ਕਰਕੇ ਬਣ ਵੀ ਜਾਵਾਂ, ਪਰ ਮੇਰੀਆਂ ਦੋ ਬੇਨਤੀਆਂ ਨੇ। ਇੱਕ ਤੇ ਮੇਰੇ ਤੋਂ ਸੰਗਤ ਨੂੰ ਪੱਖਾ ਝੱਲਣ ਦੀ ਸੇਵਾ ਕੋਈ ਨਾ ਖੋਏ, ਮੈਂ ਉਹ ਕੱਪੜੇ ਪਾ ਕੇ ਹੀ ਸੇਵਾ ਕਰਾਂਗਾ। ਦੂਸਰਾ, ਘੋੜਿਆਂ ਦੀ ਲਿੱਦ ਸਾਫ਼ ਕਰਨ ਦੀ ਸੇਵਾ ਮੇਰੇ ਤੋਂ ਖੋਈ ਨਾ ਜਾਏ। ਹੁਣ ਸੋਚੋ, ਇਹ ਜਜ਼ਬਾ ਸੀ ਉਸ ਗੁਰਸਿੱਖ ਦਾ। ਤਾਂ ਹੀ ਤੇ ਕਹਿੰਦੇ ਉਹ ਵਜ਼ਾ ਪੇ ਦੂਣਾ ਖਾਏ, ਇਹ ਬਖਸ਼ਿਸ਼ ਹੋਈ। ਜਿਤਨੀ ਛੋਟੀ ਔਰ ਨੀਵੀਂ ਸੇਵਾ ਜਿਹਨੂੰ ਕੋਈ ਹੱਥ ਨਹੀਂ ਪਾਉਂਦਾ, ਜਿਹੜਾ ਸਿੱਖ ਕਰਦਾ ਹੈ, ਉਤਨਾ ਉਹਦਾ ਮਨ ਛੇਤੀ ਸਾਫ਼ ਹੁੰਦਾ ਹੈ, ਧੋਤਾ ਜਾਂਦਾ ਹੈ। ਉਤਨਾ ਉਹਦੇ ਚਿੱਤ ਦੇ ਉੱਤੇ ਸਿਮਰਨ ਦਾ ਰੰਗ ਛੇਤੀ ਔਰ ਗੂੜਾ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਫਿਰ ਕੀ ਹੋਏਗਾ? ਫਿਰ ਸਿਮਰਨ ਆ ਜਾਏਗਾ। ਸਿਮਰਨ ਦਾ ਰੰਗ, ਸਿਮਰਨ ਦੀ ਖੁਸ਼ਬੂ ਆਏਗੀ। ਔਰ ਇਹ ਉਹੀ ਹਨ ਜਿਨ੍ਹਾਂ ਬਾਰੇ ਕਹਿ ਰਹੇ ਨੇ ਹੋਂ ਕੁਰਬਾਨੇ ਜਾਉ ਤੇ ਨਾ ਕਹਿ ਲੈਣ ਜੋ। ਉਹ ਇੱਥੇ ਐਵੇਂ ਨਹੀਂ ਪਹੁੰਚੇ, ਉਹਨਾਂ ਨੇ ਸੇਵਾ ਘਾਲਣਾ ਕੀਤੀ ਹੈ, ਆਪ ਗਵਾਇਆ ਹੈ ਪਹਿਲੇ ਉਹਨਾਂ ਨੇ। ਫਿਰ ਇਹਦਾ ਅਰਥ ਇਹ ਵੀ ਨਾ ਲੈਣਾ ਹੁਣ ਸਿਮਰਨ ਦਾ ਰੰਗ ਚੜ੍ਹ ਗਿਆ ਤੇ ਹੁਣ ਸੇਵਾ ਨਹੀਂ ਹੋਏਗੀ। ਹੁਣ ਸੇਵਾ, ਜਿਵੇਂ ਤੁਸੀਂ ਸੁਣਿਆ ਸੀ ਨਾ, ਸ਼ਰਮਖੰਡ ਕਰਮਖੰਡ, ਕਰਮਖੰਡ ਵਿੱਚ ਪਹੁੰਚ ਜਾਏਗਾ, ਜ਼ਿੰਦਗੀ ਪੂਰੀ ਪਰਉਪਕਾਰ ਬਣ ਜਾਏਗੀ। ਹੁਣ ਇਹਦਾ ਜੀਵਨ ਸਿਰਫ ਪਰਉਪਕਾਰ ਵਾਸਤੇ ਹੋਏਗਾ ਬਸ। ਇਹਨੂੰ ਕਹਿੰਦੇ ਹੁਣ ਸਿਮਰਨ ਤੇ ਸੇਵਾ। ਪਹਿਲੇ ਸੇਵਾ ਤੇ ਸਿਮਰਨ। ਉਸ ਸਿਮਰਨ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਏਗਾ। ਫਿਰ ਜਦੋਂ ਪੱਕਾ ਹੋ ਗਿਆ ਰੰਗ ਸਿਮਰਨ ਦਾ, ਫਿਰ ਸੇਵਾ ਮਤਲਬ ਫਿਰ ਪਰਉਪਕਾਰੀ ਜੀਵਨ ਬਣ ਜਾਏਗਾ। ਇਹਨੂੰ ਜਨ ਪਰਉਪਕਾਰੀ ਕਿਹਾ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਐਸੇ ਪਰਉਪਕਾਰੀਆਂ ਦਾ ਜੀਵਨ ਵਰਣਨ ਕੀਤਾ ਹੈ। ਕਦੀ ਦਰਖਤ ਕਹਿ ਕੇ, ਜਿਵੇਂ ਬਾਣੀ ਨੇ ਸੰਬੋਧਨ ਕੀਤਾ ਜਾਂ ਉਲੇਖ ਕੀਤਾ ਵੀ ਦਰਖਤ ਦੀ ਤਰ੍ਹਾਂ ਹੋਏਗਾ, ਉਹਨੂੰ ਵੱਟੇ ਮਾਰਨ ਵਾਲਿਆਂ ਨੂੰ ਫਲ ਦੇਵੇਗਾ, ਛਾਂ ਦੇਵੇਗਾ। ਇੱਥੋਂ ਤੱਕ ਜਿਸ ਨੇ ਸੁਬਾ ਇਹਦੀ ਸ਼ਰਨ ਲਈ ਸੀ, ਦਰਖਤ ਦੀ ਆਰਾਮ ਕੀਤਾ ਸੀ, ਤੇ ਜਿਹੜਾ ਇਹਨੂੰ ਕੱਟ ਕੇ ਇਹਦੀ ਲੱਕੜ ਨੂੰ ਬਾਲ ਕੇ ਸੇਕ ਲੈ ਰਿਹਾ ਹੈ, ਦਰਖਤ ਦੀ ਲੱਕੜ ਉਸ ਕੁਲਾੜੀ ਨੂੰ ਔਰ ਕੱਟਣ ਵਾਲੇ ਨੂੰ ਫਿਰ ਪਾਰ ਕਰ ਦਿੰਦੀ ਹੈ ਦਰਿਆ ਤੋਂ। ਇਤਨਾ ਪਰਉਪਕਾਰੀ ਹੈ ਦਰਖਤ। ਪਰ ਇਹ ਤਾਂ ਪਹੁੰਚਿਆ ਹੈ ਜੇ ਇਹਨੇ ਆਪਣੇ ਜੀਵਨ ਵਿੱਚ ਗੁਰੂ ਦੀ ਸ਼ਰਨ ਲਈ ਆ ਕੇ ਕੀ ਇਹਨੇ ਕੀਤਾ ਜੀ? ਆਪਣੇ ਕਾਇਆ ਨੂੰ, ਆਪਣੇ ਸਰੀਰ ਨੂੰ ਇਹਨੇ ਮੱਟੀ ਬਣਾ ਲਿਆ, ਔਰ ਆਪਣੇ ਸਰੀਰ ਰੂਪੀ ਭਾਂਡੇ ਵਿੱਚ ਇਹਨੇ ਕੀ ਪਾਇਆ? ਪਾਈਐ ਨਾਉ ਮਜੀਠ, ਰੱਬ ਦਾ ਮਜੀਠ ਪੱਕਾ ਰੰਗ ਪਾਇਆ। ਯਾਦ ਰੱਖਣਾ, ਕਸੁੰਭ ਦਾ ਰੰਗ ਫੁੱਲਾਂ ਵਿੱਚ ਹੁੰਦਾ ਹੈ, ਮਜੀਠ ਦਾ ਜੜ੍ਹਾਂ ਵਿੱਚ ਹੁੰਦਾ ਹੈ, ਨੀਵਾਂ ਹੈ। ਕਸੁੰਭ ਦਾ ਉੱਚਾ ਹੈ, ਕਸੁੰਭ ਦਾ ਰੰਗ ਕੱਚਾ ਹੈ, ਤਿੱਖਾ ਹੈ। ਇਹਨੂੰ ਸ਼ੋਖਾ ਵੀ ਕਹਿੰਦੇ ਹਨ, ਯਾਦ ਰੱਖਣਾ, ਇਹ ਪੁਰਾਤਨ ਪੰਜਾਬੀ ਹੈ।
ਉਹ ਰੰਗ। ਮਜੀਠ ਦਾ ਰੰਗ ਗੂੜਾ ਹੈ, ਜ਼ਿਆਦਾ ਚਮਕ ਨਹੀਂ ਹੈ ਉਹਦੇ ਵਿੱਚ, ਲੇਕਿਨ ਪੱਕਾ ਹੈ ਔਰ ਜੜ੍ਹਾਂ ਵਿੱਚ ਹੈ, ਨੀਵਾਂ ਹੈ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਆਪਣੇ ਜੀਵਨ ਵਿੱਚ ਨਾਮ ਦਾ ਰੰਗ ਪਾ ਕੇ ਤੂੰ ਤਿਆਰੀ ਕਰ ਲੈ। ਤੂੰ ਸਿਮਰਨ ਕਰੀ ਜਾ, ਕਰੀ ਜਾ, ਕਰੀ ਜਾ ਸਿਮਰਨ। ਸਤਿਗੁਰੂ ਕਹਿੰਦੇ ਹੁਣ ਰੰਗਣ ਵਾਲਾ ਸਾਹਿਬ ਆਏਗਾ, ਆਪ ਰੰਗਣ। ਉਹ ਆਉਂਦਾ ਹੈ। ਰੱਬ ਆਪ ਹੀ ਨਿਲਾਰੀ ਬਣ ਜਾਂਦਾ ਹੈ। ਔਰ ਰੰਗਿਆ ਕਿਹਨੂੰ ਜਾਣਾ ਹੈ? ਰੰਗਿਆ ਜਾਣਾ ਹੈ ਜੀਵ ਇਸਤਰੀ ਔਰ ਉਹਦੇ ਮਨ ਨੂੰ। ਜੀਵ ਇਸਤਰੀ ਦੇ ਮਨ ਨੂੰ ਇੰਝ ਕਹਿ ਲਓ, ਉਹ ਮਨ ਜਿਹੜਾ ਅੱਜ ਵਿਕਾਰਾਂ ਵਿੱਚ ਰੰਗਿਆ ਹੋਇਆ ਸੀ, ਪਹਿਲੇ ਹੁਣ ਸੇਵਾ ਕਰਕੇ ਉਹਦਾ ਰੰਗ ਉਤਰ ਗਿਆ ਪੁਰਾਣਾ। ਹੁਣ ਸਿਮਰਨ ਕੀਤਾ, ਨਾਉ ਪਾ ਦਿੱਤਾ ਆਪਣੇ ਸਰੀਰ ਰੂਪੀ ਮੱਟ ਵਿੱਚ, ਤਿਆਰੀ ਹੋ ਗਈ ਹੈ ਪੂਰੀ। ਸਤਿਗੁਰੂ ਕਹਿੰਦੇ ਸਾਹਿਬ ਆਇਆ, ਉਹਨੇ ਆਪ ਹੀ ਸਿਮਰਨ ਦੀ ਅੱਗ ਬਾਲ ਦਿੱਤੀ। ਕਿਉਂਕਿ ਬਿਨਾਂ ਅਗਨੀ ਤੋਂ ਤੁਸੀਂ ਰੰਗ ਨਹੀਂ ਚਾੜ ਸਕਦੇ ਕਦੀ ਵੀ। ਅਗਨੀ ਤੇ ਬਹੁਤ ਜ਼ਰੂਰੀ ਹੈ। ਇੱਕ ਵਾਰ ਤੇ ਪਾਣੀ ਨੂੰ ਖੁਲਾਉਣਾ ਪੈਂਦਾ ਹੈ ਚੰਗੀ ਤਰ੍ਹਾਂ, ਔਰ ਜਿਹੜਾ ਕੱਪੜਾ ਵਿੱਚ ਪੈਂਦਾ ਹੈ ਉਹਨੂੰ ਰਿੰਨਣਾ ਵੀ ਪੈਂਦਾ ਹੈ, ਉਬਾਲੇ ਦੇਣੇ ਪੈਂਦੇ ਹਨ। ਇਹ ਮੈਂ ਕਿਉਂ ਕਹਿ ਰਿਹਾ ਹਾਂ? ਕਿਉਂਕਿ ਜਿਸ ਦਿਨ ਭਗਤੀ ਕਰੋਗੇ ਇਹ ਸੋਚ ਕੇ ਸਮੱਸਿਆਵਾਂ ਘਟ ਜਾਣਗੀਆਂ, ਉਹ ਘਟਣਗੀਆਂ ਨਹੀਂ, ਉਹ ਵਧਣਗੀਆਂ। ਤੁਹਾਨੂੰ ਲੱਗੇਗਾ ਅਨਫੇਵਰੇਬਲ ਕੰਡੀਸ਼ਨਸ ਬਣ ਗਈਆਂ ਜ਼ਿੰਦਗੀ ਦੀਆਂ, ਇਸ ਤੋਂ ਵਧੀਆ ਤੇ ਬਿਨਾਂ ਭਗਤੀ ਦੇ ਹੀ ਸਾਂ। ਪਰ ਕੱਪੜਾ ਸੋਚੇ ਅਸੀਂ ਪਹਿਲੇ ਹੀ ਚੰਗੇ ਸਾਂ, ਉਹ ਰੰਗ ਨਹੀਂ ਪਕੜ ਪਾਏਗਾ ਨਾ। ਫਿਰ ਅਗਰ ਰੰਗਣਾ ਚਾਹੁੰਦਾ ਹੈ ਕੋਈ ਕੱਪੜਾ ਆਪਣੇ ਆਪ ਨੂੰ ਪੱਕਾ ਰੰਗ, ਬਾਣੀ ਕਹਿੰਦੇ ਨਾ ਲਾਲ ਰੰਗ ਤਿਸ ਕੋ ਲੱਗਾ, ਅੰਤ ਵਿੱਚ ਆਏਗਾ ਜਿਨ ਕੇ ਚੋਲੇ ਰਤੜੇ ਚੋਲੇ ਬਣਾਉਣੇ ਹਨ। ਚੋਲਿਆਂ ਨੂੰ ਰੰਗਣ ਵਾਸਤੇ ਸਿਮਰਨ ਦੀ ਅੱਗ ਬਾਲਣੀ ਪਵੇਗੀ, ਉਹ ਖੁਲਾਏਗੀ ਵੀ ਜੀਵਨ ਨੂੰ। ਯਾਦ ਰੱਖਣਾ, ਅਸੀਂ ਕਈ ਵਾਰ ਕਹਿੰਦੇ ਹਾਂ ਵੀ ਬੜਾ ਤਕੜਾ ਦੁੱਖ ਜੀਵਨ ਵਿੱਚ ਆ ਗਿਆ ਹੈ, ਪਰਿਸਥਿਤੀਆਂ ਬਹੁਤ ਦੁਖਦਾਈ ਹਨ, ਪਰ ਕਿਧਰੇ ਨਾ ਕਿਧਰੇ ਯਾਦ ਰੱਖਣਾ, ਬਾਣੀ ਸਾਨੂੰ ਇਹ ਆਸ ਦਿਵਾਉਂਦੀ ਹੈ ਕਿ ਤੇਰੇ ਤੇ ਰੰਗ ਚੜ੍ਹ ਰਿਹਾ ਹੈ। ਪੁਰਾਣਾ ਰੰਗ ਉਤਰ ਕੇ ਤੇਰੇ ਤੇ ਗੁਰੂ ਨਵਾਂ ਰੰਗ ਚਾੜ ਰਿਹਾ ਹੈ। ਰੰਗਣ ਵਾਲਾ ਜੇ ਰੰਗੈ ਸਾਹਿਬ, ਜੇ ਰੰਗ ਦੇਵੇ ਉਹ ਕਿਰਪਾ ਕਰਕੇ, ਐਸਾ ਰੰਗ ਨਾ ਡੀਠ। ਫਿਰ ਐਸਾ ਰੰਗ ਚੜ੍ਹਦਾ ਹੈ ਜੋ ਪਹਿਲੇ ਕਦੀ ਵੇਖਿਆ ਨੂੰ ਵੀ ਨਹੀਂ ਸੀ ਮਿਲਿਆ। ਬੰਦਾ ਆਪਣੇ ਜੀਵਨ ਨੂੰ ਵੇਖ ਕੇ ਕਹਿੰਦਾ ਹੈ ਮੈਂ ਇੰਨਾ ਬਦਲ ਗਿਆ, ਇਤਨਾ ਪਰਿਵਰਤਨ ਮੇਰੇ ਵਿੱਚ। ਪਹਿਲੇ ਕਾਮ ਕ੍ਰੋਧ ਕਾ ਚੋਲੜਾ ਇਹਨੂੰ ਕਹਿੰਦੇ ਹਨ ਬਾਣੀ ਵਿੱਚ, ਸ਼ਲੋਕ 12 ਤੇ ਵਧੇਕ, ਕਿ ਕਾਮ ਕ੍ਰੋਧ ਰੂਪੀ ਚੋਲੜਾ, ਵਿਕਾਰਾਂ ਦਾ ਚੋਲੜਾ ਬੰਦਾ ਪਾ ਕੇ ਘੁੰਮਦਾ ਪਿਆ ਸੀ। ਭਾਵ ਸਰੀਰ ਵਿਕਾਰਾਂ ਨਾਲ ਰੰਗਿਆ ਹੋਇਆ ਸੀ। ਸੇਵਾ ਔਰ ਸਿਮਰਨ ਔਰ ਸੰਗਤ ਇਹਨੇ ਜੀਵਨ ਨੂੰ ਬਦਲ ਦਿੱਤਾ। ਅੰਦਰ ਮਜੀਠ ਦਾ ਪੱਕਾ ਰੰਗ ਚੜ ਗਿਆ, ਉਹ ਸਾਰੇ ਰੰਗ ਉਤਰ ਗਏ ਕੱਚੇ। ਹੁਣ ਬੰਦੇ ਨੇ ਜਦੋਂ ਆਪਣਾ ਆਪ ਵੇਖਿਆ ਤੇ ਹੈਰਾਨ ਹੋਇਆ ਵੀ ਇਹ ਮੈਂ ਹੀ ਹਾਂ, ਹੱਥ ਤੇ ਮੇਰੇ ਹੀ ਹਨ, ਪੈਰ ਮੇਰੇ ਹੀ ਹਨ, ਸਰੀਰ ਮੇਰਾ ਹੀ ਹੈ, ਪਰ ਅੰਦਰ ਅਸਲਾ ਵੀ ਉਹ ਮੇਰਾ ਹੀ ਹੈ। ਅਸਲ ਵਿੱਚ ਉਹ ਅਸਲਾ ਮੇਰਾ ਨਹੀਂ, ਉਹ ਤੇਰਾ ਹੈ। ਸਮਝ ਆਈ ਹੋਏਗੀ ਗੱਲ। ਉਹ ਅਸਲ ਉਹ ਹੈ, ਉਹ ਮੇਰੀ ਅਸਲ ਸ਼ਨਾਖਤ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਸਤਿਗੁਰੂ ਕਹਿੰਦੇ ਹੈ ਪਿਆਰੇ, ਜਿਨ੍ਹਾਂ ਜੀਵ ਇਸਤਰੀਆਂ ਦੇ ਚੋਲੇ ਰਤੜੇ ਹਨ। ਰਤੜੇ ਦਾ ਭਾਵ ਕੀ ਹੈ ਜੀ? ਨਾਮ ਰੰਗ ਵਿੱਚ ਗੂੜੇ ਲਾਲ ਰੰਗ ਨਾਲ ਰੰਗੇ ਹੋਏ ਹਨ, ਪ੍ਰੇਮ ਰੰਗ ਨਾਲ ਰੰਗੇ ਹੋਏ ਹਨ। ਇਹ ਲਾਲ ਚੋਲਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਕੰਤ ਤਿਨਾ ਕੈ, ਉਹ ਸੁਹਾਗਣਾ ਹਨ, ਉਹਨਾਂ ਦੇ ਕੋਲ ਉਹਨਾਂ ਦਾ ਪ੍ਰਭੂ ਪਤੀ ਮੌਜੂਦ ਹੈ, ਉਹਨਾਂ ਦੇ ਨਾਲ ਵਸਦਾ ਹੈ। ਸਤਿਗੁਰੂ ਕਹਿੰਦੇ ਮੈਂ ਹੁਣ ਕੋਲ ਖੜੀ ਵੇਖੀ ਦੀ ਹੋਈ ਅਰਦਾਸ ਕਰਦੀ ਹਾਂ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਸਤਿਗੁਰੂ ਕਹਿੰਦੇ ਮੇਰੀ ਨਾਨਕ ਦੀ ਅਰਦਾਸ ਉਹਨਾਂ ਨੂੰ ਆਖ ਦਿਓ ਜਰਾ, ਮੇਰੀ ਅਰਦਾਸ ਉਹਨਾਂ ਤੱਕ ਪਹੁੰਚਾ ਦੇਵੇ ਕੋਈ, ਕਿ ਕਿਧਰੇ ਨਾਨਕ ਨੂੰ ਉਹਨਾਂ ਸੁਹਾਗਣਾ ਦੇ ਚਰਨਾਂ ਦੀ ਧੂੜ ਮਿਲ ਜਾਵੇ, ਉਹਨਾਂ ਦੀ ਸੰਗਤ ਮਿਲ ਜਾਵੇ, ਉਹ ਵਾਲੀ ਬਖਸ਼ਿਸ਼ ਕਿਧਰੇ ਇੱਧਰ ਵੀ ਆ ਜਾਵੇ। ਫਿਰ ਪਾਤਸ਼ਾਹ ਕਹਿੰਦੇ ਇੱਕ ਗੱਲ ਹੋਰ ਯਾਦ ਰੱਖਣਾ,
आपे साजे आपे रंगे आपे नदर करे। रब जिस दे उत्ते नदर करदा है ना, किरपा करे, जिथों गल शुरू हुई है माया और मया, माया पकड़दी है संसार नूं, मया पकड़दी है निरंकार नूं। ਇਹ चीज़ है आपे नदर करे, वो नदर ही मया है। जिन्हां ते रब आप किरपा कर देंदा है, फिर रब उन्हां नूं आप सजांदा है, संवारदा है ते आप ही रंगदा है। नानक कामण कंतै भावै आपे ही रावे। सतगुरु कहंदे हे नानक, ओ कामण, ओ प्रभु दी इस्त्री, ओ जीव इस्त्री कंत नूं, प्यारे परमात्मा नूं भाउंदी है ते रब उहनूं आप ही रावे माणदा है, भोगदा है, उहनूं अपने चरनां विच जोड़दा है। रावे बड़ा कीमती शब्द है भगती दे रस्ते दा। जदों जिंद ते परमात्मा एक हो जाण, एक समागम, एक मिलन है मनुख दे शरीर दा, याद रखना। उस संजोग विच जिहड़ा सुख है उहदे नालों बेअंत अकथ सुख आत्मा और परमात्मा दे संजोग दा है। जिन्हां ने माणिया है वो जानते हैं। सतगुरु जी ने इस संजोग वास्ते अरदास की है। सतगुरु कहते ना, कर्महीन धन करे बेनंती, कद नानक आवे वारी। मेरी वारी भी आवे, सब सुहागण माणे रलियां एक देवो रात मुरारी। इतने शब्द परवान होइयां भुलां दी खिमा, अदब सत्कार प्रेम भावना सहित गुरु बख्शी फतेह दी पाओ सांझ। वाहिगुरु जी का खालसा, वाहिगुरु जी की फतेह।